ਵਾਹਿਗੁਰੂ ਜੀ। ਸਾਰੰਗ ਮਹਿਲਾ ਚੌਥਾ ਘਰ ਤੀਜਾ ਦੋਪਦਾ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਕਾਹੇ ਪੂਤ ਝਗਰਤ ਹਉ ਸੰਗ ਬਾਪ। ਜਿਨਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ। ਕਾਹੇ ਪੂਤ ਝਗਰਤ ਹਉ ਸੰਗ ਬਾਪ। जिनके जने बडीरे तुम हो तिन स्यों झगरत पाप। रहाओ जिस धन का तुम गर्व करत हो सो धन किसह न आप। खिन में छोड़ जाए बिखिया रस तौला गै पछताप। जो तुमरे प्रभ होते स्वामी हर तिनके जाप हो जाप। उपदेश करत नानक जन तुम कहो जो सुनो तो जाए संताप। जो तुमरे प्रभ होते स्वामी हर तिनके जाप हो जाप। उपदेश करत नानक जन तुम कहो जो सुनो तो जाए संताप। वाहिगुरु जी का खालसा वाहिगुरु जी की फतेह। चवर छत्र तखत दे मालिक सतगुरु जुगो जुग अटल बाणी दे बोहित अते ब्रह्म ज्ञान दे सागर धन श्री गुरु ग्रंथ साहिब जी की पावन पवित्र हजूरी विच सुभाईमान परम सत्कार जो गुरु रूप खालसा साध संगत जीओ। वाहिगुरु जी की बख्शिश हुई है अमृत वेले गुरु गोद विच बैठण का सुभाग प्राप्त होया है। गुरबाणी का मनोहर कीर्तन गुरु के कीर्तनिया पासों आप जी सरवण कर रहे सी। श्री गुरु ग्रंथ साहिब जी की पवित्र बाणी की विचार जो हर रोज़ आप जी सरवण करते हो उस दे नाल संबंधित गुरु के ये पावन बचन सारंग राग विचों आप जी सरवण कर रहे सी। ये पवित्र मुख वाक गुरु रामदास जी महाराज का बख्शिश किया होया है। श्री गुरु ग्रंथ साहिब जी विच गुरु रामदास जी की बहुत सारी बाणी अंकित है। गुरु रामदास जी की समुची बाणी विच परमात्मा की बिरहों प्यार प्रेमा भगती कुट कुट के भरी हुई है। खास करके उन्होंने छंत जदों असीं पढ़ते हैं गुरमत का मकसद एक आदर्शक समाज की सिरजना करना है। समाज मनुखां दे नाल बनदे ने, मनुख घरां परिवारां विच पैदा हुंदे ने। घर परिवार विच मनुख नूं वधिया माहौल मिले, उहदी वधिया जिंदगी होवे, वधिया समाज बन जाता है। जदों समाज विच असीं नज़र मारदे हां कई रिश्तेदारियां ने साडियां माता पिता भैन भरा धीआं पुत्र होर अनेकां संबंधी हुंदे ने। समाजिक तौर पर आपां देखदे कई कल कलेसां नूं व्यापदे ने, रिश्तेदारियां च झगड़े खड़े हो जांदे ने, वाद वाद पैदा हो जांदे ने। ये सब कुछ का कारण यह हुंदा है साडे मन की तृष्णा, साडे मन का हंकार।
ਧਨ ਦੇ ਪ੍ਰਤੀ ਜੋ ਲਾਲਸਾ ਹੈ ਉਹ ਤੇ ਧਨ ਦਾ ਜੋ ਹੰਕਾਰ ਹੈ, ਇਹੀ ਮੁੱਖ ਕਾਰਨ ਹੈ ਸਾਡੇ ਰਿਸ਼ਤਿਆਂ ਦੇ ਵਿੱਚ ਕੁੜੱਤਣ ਪੈਦਾ ਕਰਨ ਦਾ। ਅੱਜ ਦੇ ਸਮਾਜ 'ਚ ਨਜ਼ਰ ਮਾਰ ਲਈਏ, ਸਮਾਜਿਕ ਤੌਰ ਤੇ ਅਸੀਂ ਬਹੁਤ ਨਿਗਰ ਚੁੱਕੇ ਹਾਂ, ਡਿੱਗ ਚੁੱਕੇ ਹਾਂ। ਪਰਿਵਾਰਾਂ ਦੇ ਵਿੱਚ ਕੁੜੱਤਣ ਹੈ, ਰਿਸ਼ਤਿਆਂ ਦੇ ਵਿੱਚ ਕੁੜੱਤਣ ਹੈ, ਰਿਸ਼ਤਿਆਂ 'ਚ ਉਹ ਮਿਠਾਸ ਨਹੀਂ ਰਹੀ ਜਿਹੜੀ ਹੋਣੀ ਚਾਹੀਦੀ। ਦੂਰ ਦੁਰਾਡੇ ਦੀਆਂ ਰਿਸ਼ਤੇਦਾਰੀਆਂ ਤੇ ਵੱਖਰੀ ਗੱਲ ਹੈ, ਮਾਂ ਪਿਓ ਦੇ ਰਿਸ਼ਤਿਆਂ ਵਿੱਚ, ਧੀਆਂ ਪੁੱਤਰਾਂ ਦੇ ਰਿਸ਼ਤਿਆਂ ਦੇ ਅੰਦਰ, ਭੈਣਾਂ ਭਰਾਵਾਂ ਦੇ ਰਿਸ਼ਤਿਆਂ ਦੇ ਅੰਦਰ ਉਹ ਰਸ ਨਹੀਂ ਹੈ ਜੋ ਹੋਣਾ ਚਾਹੀਦਾ। ਪਰਮਾਤਮਾ ਨੇ ਰਿਸ਼ਤੇ ਦਿੱਤੇ ਨੇ, ਇਹਨਾਂ ਦਾ ਕੋਈ ਮਕਸਦ ਹੈ, ਕਿਉਂਕਿ ਮਨੁੱਖ ਨੇ ਜ਼ਿੰਦਗੀ ਦਾ ਮਕਸਦ ਸਿਰਫ ਇੱਕੋ ਬਣਾ ਲਿਆ, ਧਨ ਦੌਲਤ ਤੇ ਰੁਤਬਾ। ਇੱਕ ਤ੍ਰਿਸ਼ਨਾਲੂ ਬੰਦਾ ਜਿਹਦੇ ਮਨ ਅੰਦਰ ਧਨ ਦੀ ਤ੍ਰਿਸ਼ਨਾ ਹੈ ਜਾਂ ਕਿਸੇ ਰੁਤਬੇ ਦੀ ਤ੍ਰਿਸ਼ਨਾ ਹੈ, ਉਹਦੇ ਲਈ ਰਿਸ਼ਤੇ ਕੋ ਮਾਇਨੇ ਨਹੀਂ ਰੱਖਦੇ। ਉਹ ਰਿਸ਼ਤਿਆਂ ਦੀ ਗੱਲ ਤਾਂ ਕਿਤੇ ਉਹ ਪਰਮਾਤਮਾ ਨੂੰ ਵੀ ਨਹੀਂ ਜਾਣਦਾ। ਦੇਖੋ, ਜਿਹੜਾ ਬੰਦਾ ਪਰਮਾਤਮਾ ਨੂੰ ਨਹੀਂ ਜਾਣਦਾ ਉਹ ਰਿਸ਼ਤਿਆਂ ਨੂੰ ਕੀ ਜਾਣੇਗਾ। ਜਾਂ ਇਵੇਂ ਕਹਿ ਲਓ, ਜਿਹਦਾ ਰਿਸ਼ਤਿਆਂ ਪ੍ਰਤੀ ਪਿਆਰ ਨਹੀਂ, ਉਹਦਾ ਪਰਮਾਤਮਾ ਪ੍ਰਤੀ ਵੀ ਕੋਈ ਪਿਆਰ ਨਹੀਂ। ਮਤਾਂ ਕੋ ਮੇਰੇ ਵਰਗਾ ਅਡੰਬਰ ਕਰੇ ਕਿ ਮੈਂ ਬੜਾ ਧਾਰਮਿਕ ਹਾਂ, ਲੇਕਿਨ ਰਿਸ਼ਤਿਆਂ ਤੋਂ ਮੈਂ ਭੱਜ ਜਾਵਾਂ। ਮੈਂ ਧਾਰਮਿਕ ਹੋ ਹੀ ਨਹੀਂ ਸਕਦਾ ਜੇ ਮੈਂ ਦੁਨਿਆਵੀ ਜ਼ਿੰਮੇਵਾਰੀਆਂ ਤੋਂ ਭੱਜ ਗਿਆ। ਪਰਮਾਤਮਾ ਨੇ ਸਾਨੂੰ ਰਿਸ਼ਤੇ ਦਿੱਤੇ ਨੇ, ਇਹਨਾਂ ਦਾ ਕੋਈ ਮਕਸਦ ਹੈ। ਇਹਨਾਂ ਰਿਸ਼ਤਿਆਂ 'ਚ ਵੀ ਤੇ ਪਰਮਾਤਮਾ ਬੈਠਾ ਹੋਇਆ ਹੈ। ਅਸੀਂ ਗੁਰੂ ਕੇ ਬਚਨ ਪੜ੍ਹਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪਉ ਕਿਹਾ ਘਾੜਾ ਜੀ। ਮਾਂ ਪਿਓ 'ਚ ਵੀ ਤੇ ਪਰਮਾਤਮਾ ਬੈਠਾ ਹੋਇਆ ਹੈ, ਭੈਣਾਂ ਭਰਾਵਾਂ 'ਚ ਵੀ ਤੇ ਪਰਮਾਤਮਾ ਬੈਠਾ ਹੋਇਆ ਹੈ। ਭੈਣਾਂ ਭਰਾਵਾਂ ਦੀ ਗੱਲ ਤਾਂ ਕਿਤੇ ਵੱਖਰੇ, ਹਰ ਮਨੁੱਖ ਦੇ ਅੰਦਰ ਪਰਮਾਤਮਾ ਬੈਠਾ ਹੋਇਆ ਹੈ। ਜਦੋਂ ਹਰ ਮਨੁੱਖ ਦੇ ਅੰਦਰ ਪਰਮਾਤਮਾ ਹੈ, ਫਿਰ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਜਦੋਂ ਪਰਮਾਤਮਾ ਤੋਂ ਬਿਨਾਂ ਕੋਈ ਹੈ ਹੀ ਨਹੀਂ ਹੈ, ਫਿਰ ਅਸਾਂ ਲੜੀਏ ਕਿਹਦੇ ਨਾਲ, ਝਗੜੀਏ ਕਿਹਦੇ ਨਾਲ। ਇਹ ਲੜਾਈਆਂ ਝਗੜੇ ਤੇ ਉਦੋਂ ਪੈਦਾ ਹੁੰਦੇ ਨੇ ਜਦੋਂ ਅਸੀਂ ਅੰਦਰੋਂ ਪਰਮਾਤਮਾ ਤੋਂ ਬੇਮੁਖ ਹੁੰਦੇ ਨੇ। ਉਦੋਂ ਸਾਨੂੰ ਆਪਣਾ ਸਵਾਰਥ ਹੀ ਨਜ਼ਰ ਆਉਂਦਾ ਹੈ, ਸਾਨੂੰ ਆਪਣੀ ਮਿਹਨਤ ਤੇ, ਸਾਨੂੰ ਆਪਣੇ ਪਰਮਾਤਮਾ ਤੇ ਭਰੋਸਾ ਨਹੀਂ ਰਹਿੰਦਾ, ਤੇ ਅਸੀਂ ਚਲਾਕੀਆਂ ਚਤਰਾਈਆਂ ਦੇ ਨਾਲ ਲੁੱਟ ਸੁੱਟ ਕਰਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ। ਧਨ ਦਾ ਮਕਸਦ ਸੁੱਖ ਪ੍ਰਾਪਤ ਕਰਨਾ ਹੀ ਹੈ। ਕੋਈ ਮਨੁੱਖ ਕਿਸੇ ਵੀ ਤਰੀਕੇ ਨਾਲ ਧਨ ਕਮਾਏ, ਮਕਸਦ ਇਹੀ ਹੁੰਦਾ ਹੈ ਕਿ ਧਨ ਆਏਗਾ, ਸੁੱਖ ਮਿਲ ਜਾਏਗਾ, ਇਹੀ ਮਕਸਦ ਹੈ। ਲੇਕਿਨ ਧਨ ਬਹੁਤ ਲੋਕਾਂ ਦੇ ਕੋਲ ਹੈ, ਧਨਵਾਨਾਂ ਦੀ ਕਮੀ ਕੋਈ ਨਹੀਂ, ਦੁਨਿਆਵੀ ਸੁੱਖ ਸਹੂਲਤਾਂ ਦੀ ਕੋਈ ਕਮੀ ਨਹੀਂ, ਲੇਕਿਨ ਸੁੱਖ ਤੇ ਸਾਰਿਆਂ ਦੇ ਕੋਲ ਨਹੀਂ ਹੈ। ਜਿੱਧਰ ਵੀ ਨਜ਼ਰ ਮਾਰ ਲਓ, ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਕਿ ਸਾਰੀ ਦੁਨੀਆ ਜਿਹੜੀ ਹੈ ਨਾ, ਉਹ ਅੰਦਰੋਂ ਦੁੱਖਾਂ ਦੀ ਅੱਗ ਵਿੱਚ ਸੜ ਰਹੀ ਹੈ। ਕੱਲ ਤਾਤੀ ਠੰਡਾ ਹਰ ਨਾਮ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ, ਹਰ ਘਰ ਦੇ ਅੰਦਰ ਅੱਗ ਬਲ ਰਹੀ ਹੈ। ਕਲ ਕਲੇਸ਼ ਦੀ, ਸੰਤਾਪ ਦੀ, ਦੁੱਖਾਂ ਦੀ, ਹਰ ਮਨੁੱਖ ਦੇ ਅੰਦਰ ਅੱਗ ਬਲ ਰਹੀ ਹੈ। ਉਹਦਾ ਕਾਰਨ ਕੀ ਹੈ? ਇੱਕ ਕੋਈ ਧਨ ਦੀ ਤ੍ਰਿਸ਼ਨਾ ਹੈ ਜਾਂ ਸ਼ੋਹਰਤ ਦੀ ਤ੍ਰਿਸ਼ਨਾ ਹੈ। ਮੈਨੂੰ ਸ਼ੋਹਰਤ ਮਿਲਣੀ ਚਾਹੀਦੀ, ਧਨ ਮਿਲਣਾ ਚਾਹੀਦਾ। ਗੁਰੂ ਰਾਮਦਾਸ ਜੀ ਮਹਾਰਾਜ ਦਾ ਜਦੋਂ ਤੁਸੀਂ ਪਵਿੱਤਰ ਬਾਣੀ ਪੜ੍ਹੋਗੇ, ਉਹਨਾਂ ਨੇ ਇੱਕ ਆਦਰਸ਼ਕ ਮਨੁੱਖ ਦੀ ਸਿਰਜਣਾ ਲਈ, ਇੱਕ ਆਦਰਸ਼ਕ ਸਮਾਜ ਲਈ ਬਹੁਤ ਸਾਰੇ ਬਚਨ ਬਖਸ਼ਿਸ਼ ਕੀਤੇ ਨੇ। ਗੁਰਬੰਦ ਦਾ ਮਕਸਦ ਹੀ ਕੋ ਮੱਥੇ ਟਿਕਾਉਣਾ ਨਹੀਂ ਹੈ। ਧਰਮ ਦਾ ਅਰਥ ਮੱਥੇ ਟਿਕਾਉਣ ਤੋਂ ਨਹੀਂ ਹੈ ਕਿ ਨਹਾ ਲਓ ਤੁਸੀਂ ਧਰਮੀ ਬਣ ਜਾਓਗੇ, ਉੱਥੇ ਜਾ ਕੇ ਪਾਠ ਕਰ ਲਓ ਤੁਸੀਂ ਧਰਮੀ ਬਣ ਜਾਓਗੇ। ਮੁਬਾਰਕ ਹੈ, ਇਹ ਸਭ ਕੁਝ ਧਰਮ ਨੂੰ ਜਾਣਨ ਲਈ ਹੈ। ਇਹ ਸਭ ਕੁਝ ਕਰਨਾ ਧਰਮ ਨਹੀਂ ਹੈ। ਪਾਠ ਕਰਨਾ ਹੈ ਕਿ ਅਸੀਂ ਸਮਝੀਏ ਧਰਮ ਹੈ ਕਿ ਅਸੀਂ ਧਰਮੀ ਬਣ ਕਿਵੇਂ ਸਕਦੇ ਹਾਂ। ਧਰਮ ਸਥਾਨਾਂ ਤੇ ਜਾਣਾ, ਉੱਥੋਂ ਗਿਆਨ ਲਈਏ ਕਿ ਅਸੀਂ ਧਰਮੀ ਬਣ ਕਿਵੇਂ ਸਕਦੇ, ਧਰਮ ਹੈ ਕੀ। ਧਰਮ ਸਥਾਨਾਂ ਤੇ ਜਾਣਾ ਧਰਮ ਨਹੀਂ ਹੈ, ਉੱਥੇ ਜਾ ਕੇ ਧਰਮ ਸਿੱਖਣਾ ਹੈ, ਧਰਮ ਨੂੰ ਜਾਣਨਾ ਹੈ। ਔਰ ਗੁਰੂ ਸਾਹਿਬ ਜੀ ਨੇ ਆਪਣੀ ਸਮੁੱਚੀ ਬਾਣੀ ਦੇ ਰਾਹੀਂ ਮਨੁੱਖ ਨੂੰ ਗਿਆਨ ਹੀ ਦਿੱਤਾ ਹੈ। ਤੁਸੀਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਰਬੱਤ ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਓ। ਉਹਨਾਂ ਨੇ ਸਮਾਜ ਵਿੱਚ ਜੋ ਬੁਰਾਈਆਂ ਪਸਰੀਆਂ, ਉਹਨਾਂ ਦੇ ਵਿਰੁੱਧ ਬੜਾ ਤਗੜਾ ਸੰਗਰਾਮ ਕੀਤਾ, ਬੜਾ ਵੱਡਾ ਇਨਕਲਾਬ ਲਿਆਂਦਾ। ਸਮਾਜ ਵਿੱਚ ਊਚ ਨੀਚ ਦਾ ਵਿਤਕਰਾ ਸੀ, ਵੈਰ ਵਿਰੋਧ ਸੀ, ਜਾਤ ਪਾਤ ਵਰਣ ਵਣ ਸੀ। ਗੁਰੂ ਨਾਨਕ ਸਾਹਿਬ ਜੀ ਨੇ ਇਹਦੇ ਵਿਰੁੱਧ ਡਟ ਕੇ ਆਵਾਜ਼ ਬੁਲੰਦ ਕੀਤੀ। ਸਮਾਜ ਵਿੱਚ ਇਸਤਰੀ ਤੇ ਮਰਦ ਦਾ ਵਖਰੇਵਾਂ ਸੀ, ਇਸਤਰੀਆਂ ਦੇ ਪ੍ਰਤੀ ਹੋਰ ਵਿਹਾਰ ਸੀ। ਸਤਿਗੁਰੂ ਜੀ ਨੇ ਇਹਦੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾ।
समाज के अंदर एक बड़ी भैड़ी प्रथा जिन्हों सती प्रथा कहते सन कि पति चढ़ाई कर गया ते बीबी नाल साड़ना पेगा, जे आप नहीं सड़ती जबरदस्त चुक के साड़ दियो, सती हो गई। गुरु साहब जी ने विरुद्ध बहुत बड़ी आवाज बुलंद की, ये अन्याय है, ये जुल्म है। और सतगुरु जी ने अकबर दे रहे कानूनन तौर पर इस गल ते पाबंदी लगाई कि ये जुल्म है स्त्री जाति के उपर। इत्थे बस नहीं, साडा समाज वधिया बन सके, सानू कर्म कांडां तो मुक्त करने लिए सतगुरु जी ने बहुत बाणी दी। बाणी इसलिए नहीं कि 31 वारी पढ़ो, 61 वारी पढ़ो, जिन्नी वारी मर्जी पढ़ो, चंगी गल। बाणी इसलिए कि बाणी सानू ज्ञान की दिंदी है। बाणी समाज दे नाल व्यवहार करने की गल की करदी है। धर्म है समाज विचों बुराइयां नूं दूर करने के लिए संघर्ष करना। समाज विच जो बुराइयां पसरियां ने उहदे विरुद्ध आपां संग्राम करना, यह धर्मी मनुख की ड्यूटी है। ते गुरु साहिबां ने एक आदर्शक समाज की सिरजना करते हैं। तुसीं गुरु नानक साहब जी की बाणी पढ़ो, गुरु अमरदास जी की बाणी पढ़ो, गुरु रामदास जी की बाणी पढ़ो, सरबत गुरुआं की बाणी पढ़ो। उस वेले समाज विच की सी, छूत छात का बड़ा जोर सी। ऐस घर च सूत कैस घर सूत कै। गुरु नानक साहब जी ने विरुद्ध आवाज बुलंद की कि जे तुसीं देखो ते अखां नाल जदों तुसीं किसी रूप नूं देखदे हो ते छूत कै, कन्नां नाल तुसीं निंदा सुणदे हो ते सूत की है। गुरु अमरदास जी महाराज ने 3 मनुख की जिंदगी च मुख कारण ने, मुख मौके ने जदों मनुख पुरोत की गुलामी नूं अख्तियार कर लैंदा, जदों मानसिक तौर पर गुलाम हो जाता। पहले जदों घर च बच्चा जन्मदा उदों कहा जाता छूत कै, जे तारा चढ़िया, जो चढ़िया, वो पत्रियां सतरियां जो कुछ भी बन रहा है, कर्म कांड के नाम से मनुख नूं लुटिया जाता। सिर्फ कर्म कांड है, लुट सुट है, इदों वध कुछ नहीं है। गुरु साहब जी ने उहदे विरुद्ध आवाज बुलंद की। दूसरा समा हुंदा है जदों विआह दा समा हुंदा है, उदों भी बहुत कुछ कराया जाता है, दान पुण्य कराए जाते, जे वो किया जाता है। सतगुरु जी ने उहदे विरुद्ध भी आवाज बुलंद की। गुरु रामदास जी ने 4 लावां दी सानू पवित्र बाणी दिती है। किसी कर्म कांड मगर जाण दी लोड़ नहीं, कुपत्रियां खिलाउण दी लोड़ नहीं, सीधा गुरु दी हजूरी चाहो, मत्था टेको, परिक्रमा करो ते तुहाडा विआह हो गया। कोई खर्च खर्चा दी भी लोड़ नहीं। ये गल वखरी है कि तुसीं अपने तौर पर कुछ करना चाहुंदे हो, लेकिन गुरु घर च कोई बंदस नहीं कि इत्थे तुसीं पैसे दोगे ते तां विआह होएगा। इत्थे कोई भी मनुख गुरु दी हजूरी च आके लावा 4 पढ़ के 4 परिक्रमा करके अरदास करके उहदा विआह हो सकता है। इन्नी खुल है गुरु घर च। और इस बाद आ जाता जदों मनुख चढ़ाई करता है, जदों चढ़ाई करता है उदों भी उही हाल है कि दी गति नहीं होनी है, उत्थे लै जाओ, अस्थियां उत्थे पा दो। चढ़ाई करन तो बाद सालों साल ही फिर श्राद्ध करा दो, जे कर दो, लुट खसुट तुरी रहिंदी है। गुरु अमरदास जी ने उहदे विरुद्ध भी सानू इनकलाब किया ते एक बाणी दी सद नामक बाणी, जिहदे विच सतगुरु सच्चे पातशाह जी ने सब कर्म कांडां तो मुक्त कर दिता। गल गुरु रामदास जी की पवित्र बाणी दी सी। सतगुरु जी की बाणी का पवित्र शब्द आप जी सरवण कर रहे हो, ये सारंग राग का शब्द है। सतगुरु जी अपने पुत्र नूं संबोधित करके गलबात कर रहे हैं। असीं सारे धीआं पुत्रां वाले हाँ, परिवारां दे विच आपां देखदे वाद संवाद चलते रहंदे ने। उहदा कारण सिर्फ इक्को हुंदा है, दुनियावी धन दौलत दी लालसा। गुरु रामदास जी दे 3 पुत्र सन। वड्डे सन बाबा पृथ्वी चंद जी, उदों अगे सन बाबा महादेव जी, सब तो छोटे सन धन गुरु अर्जन देव जी महाराज। बाबा पृथ्वी चंद जी बहुत सियाने सन, चतुर चलाक सन, दुनियावी कामां च बड़े माहिर सन और उन्होंने बहुत सारी प्रबंध अपने हाथ च ले लिया सी, काफी मुसंदन अपने हाथ च कर लिया सी। ते उन्होंने मन च लालसा रहिंदी सी कि धन दौलत मेरे कोल ही आउणा चाहिए। इत्थों तक गल पहुंच गई ते सरकारे दरबारे भी अपना रसूख रखन लग पे सन, सूली खान दे नाल, बीरबल दे नाल, होर सरकारे दरबारे उन्होंने गंढ तुप कर ली सी और गौरमेंट ने उन्होंने बड़ी जायदाद भी दी सी। धीरमल ने बड़ी जायदाद दी सी। अज भी गौरमेंट नाल कोई धार्मिक बंदा रल जाए, गौरमेंट उहदा डेरा मुफ्ती बना दिंदी है, उन्हें कई सुख सहूलतां दे दिंदी है। उहदा कारण कि गौरमेंटां चाहुंदियां ने कि धर्म के नाम से कोई दुनिया एक थां ते एक विचारधारा वाली इकट्ठी नहीं होनी चाहिए। हर गौरमेंट की यह सोच होती है। बाबा पृथ्वी चंद जी भी इवें गौरमेंट के ढे चढ़ गए सन। बाबा पृथ्वी चंद जी सोचते सन कि गुरु रामदास जी महाराज तो बाद मैं उन्होंने बड़ा पुत्र हाँ, गुरगद्दी का हक मेरा ही है। लेकिन गुरु रामदास जी महाराज गुरु नानक के घर की जो रीत है, जो जोग अधिकारी हुंदा है उसनूं ये दात बख्शनी, नाले जिन्होंने धुरों ये दात प्राप्त होनी उसनूं ही मिलनी है। गुरु अर्जन देव जी महाराज की बहुत भारी सेवा, सतगुरु जी उहदे ते प्रसन्न सन।
ਬਾਬਾ ਪ੍ਰਿਥੀ ਚੰਦ ਜੀ ਅਕਸਰ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਤਕਰਾਰ ਕਰਦੇ ਰਹਿੰਦੇ ਸਨ। ਇਤਿਹਾਸ ਨੇ ਲਿਖਿਆ ਕਿ ਜਦੋਂ ਸਤਿਗੁਰੂ ਜੀ ਦੀ ਜ਼ਿੰਦਗੀ ਦਾ ਆਖਰੀ ਸਮਾਂ ਆਇਆ, ਉਦੋਂ ਤੇ ਬਾਬਾ ਪ੍ਰਿਥੀ ਚੰਦ ਜੀ ਬਹੁਤ ਲੜਦੇ ਵੀ ਸਨ। ਸਤਿਗੁਰੂ ਜੀ ਨੇ ਬਾਬਾ ਪ੍ਰਿਥੀ ਚੰਦ ਜੀ ਨੂੰ ਸੰਬੋਧਨ ਕਰਕੇ ਉਪਦੇਸ਼ ਸਾਨੂੰ ਸਾਰਿਆਂ ਨੂੰ ਦਿੱਤਾ। ਗੁਰੂ ਕੀ ਬਾਣੀ ਜਿਹੜੀ ਹੈ ਇਹ ਸਮੁੱਚੀ ਮਾਨਵਤਾ ਦੇ ਲਈ ਸਾਂਝੀ ਹੈ, ਇੱਕ ਦੇ ਲਈ ਨਹੀਂ ਹੈ। ਜੇ ਸਤਿਗੁਰੂ ਜੀ ਕਿਸੇ ਮੁਸਲਮਾਨ ਨਾਲ ਗੱਲ ਕਰਦੇ ਨੇ ਤਾਂ ਵੀ ਉਪਦੇਸ਼ ਸਾਨੂੰ ਸਾਰਿਆਂ ਨੂੰ ਹੈ। ਜੇ ਸਤਿਗੁਰੂ ਜੀ ਕਿਸੇ ਬ੍ਰਾਹਮਣ ਨਾਲ ਗੱਲ ਕਰਦੇ ਨੇ, ਉਪਦੇਸ਼ ਸਾਨੂੰ ਸਾਰਿਆਂ ਨੂੰ ਹੈ। ਜੇ ਸਤਿਗੁਰੂ ਜੀ ਕਿਸੇ ਜੋਗੀ ਨੂੰ ਸਮਝਾਉਂਦੇ ਨੇ, ਉਪਦੇਸ਼ ਸਾਨੂੰ ਸਾਰਿਆਂ ਨੂੰ ਹੈ। ਔਰ ਇੱਥੇ ਗੱਲ ਭਾਵੇਂ ਸਤਿਗੁਰੂ ਜੀ ਆਪਣੇ ਪੁੱਤਰ ਦੀ ਕਰ ਰਹੇ ਨੇ, ਪਰ ਉਪਦੇਸ਼ ਸਾਨੂੰ ਸਾਰਿਆਂ ਨੂੰ ਹੈ ਕਿ ਆਪਾਂ ਨੂੰ ਜ਼ਿੰਦਗੀ ਦੇ ਅੰਦਰ, ਪਰਿਵਾਰ ਦੇ ਅੰਦਰ ਕਿਵੇਂ ਰਹਿਣਾ ਚਾਹੀਦਾ ਤੇ ਜ਼ਿੰਦਗੀ ਨੂੰ ਸੁਖੀ ਬਣਾਉਣ ਲਈ ਕੀ ਕਰਨਾ ਚਾਹੀਦਾ। ਜੋ ਬਚਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ 'ਚ ਜੁੜਦੇ ਆ ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਚੌਥਾ ਘਰ ਤੀਜਾ ਦੁਪਦਾ ਇੱਕ ਓੰਕਾਰ ਸਤ ਗੁਰ ਪ੍ਰਸਾਦ। ਸਤਿਗੁਰੂ ਜੀ ਦੇ ਇਹ ਪਵਿੱਤਰ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1200 ਤੇ ਸੁਭਾਇਮਾਨ ਨੇ। ਸਾਰੰਗ ਰਾਗ ਵਿੱਚ ਤੀਸਰੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਦੋ ਪਦੀਆਂ ਵਾਲਾ ਇਹ ਪਵਿੱਤਰ ਸ਼ਬਦ ਹੈ। ਆਰੰਭ ਵਿੱਚ ਸਤਿਗੁਰੂ ਜੀ ਸੰਖੇਪ ਮੂਲ ਮੰਤਰ ਅੰਕਿਤ ਕਰਦੇ ਦਿੰਦੇ ਨੇ, ਇੱਕ ਓੰਕਾਰ। ਉਹ ਸਦਾ ਕਾਇਮ ਰਹਿਣ ਵਾਲਾ ਜੋ ਪਰਮ ਪਿਤਾ ਪਰਮਾਤਮਾ ਬ੍ਰਹਮ ਸਰੂਪ, ਉਹ ਕੇਵਲ ਇੱਕੋ ਹੀ ਹੈ। ਨਿਰੰਤਰ ਜੀਵਨ ਚ ਰਮਿਆ, ਗੁਰੂ ਦੀ ਬਖਸ਼ਿਸ਼ ਸਦਕਾ ਉਸ ਦੀ ਪ੍ਰਾਪਤੀ ਹੁੰਦੀ ਹੈ। ਕਾਹੇ ਪੂਤ ਝਗਰਤ ਹੋ ਸੰਗ ਬਾਪ। ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਜੀ ਨਾਲ ਗੱਲ ਕਰਦੇ ਆ। ਜਦੋਂ ਵਾਦ-ਵਾਦ ਕਰਦਾ, ਝਗੜਦਾ ਵੀ ਹੈ ਸਤਿਗੁਰੂ ਜੀ ਦੇ ਨਾਲ। ਸਤਿਗੁਰੂ ਜੀ ਕਹਿੰਦੇ, ਉਹ ਬੇਟਾ ਆਪਣੇ ਬਾਪੂ ਨਾਲ ਕਿਉਂ ਝਗੜਦਾ? ਦੇਖ, ਜਿਨ ਕੇ ਜਣੇ ਬੜੀ ਰੇ ਤੁਮ ਹੋ, ਤਿਨ ਸੋ ਝਗਰਤ ਪਾਪ। ਜਿਸ ਮਾਂ ਪਿਓ ਨੇ ਜਨਮ ਦਿੱਤਾ, ਜਿਸ ਮਾਂ ਪਿਓ ਨੇ ਪਾਲਿਆ, ਵੱਡੀਆਂ ਕੀਤਾ। ਦੇਖੋ ਮਾਂ ਪਿਓ ਦੇ ਕਿੰਨੇ ਵੱਡੇ ਪਰਉਪਕਾਰ ਹੁੰਦੇ ਨੇ। ਛੋਟੇ ਜਿਹੇ ਬੱਚੇ ਨੂੰ ਮਾਂ ਪਿਓ ਕਿਵੇਂ ਪਾਲਦੇ ਨੇ? ਸਾਰੇ ਦੁਨੀਆ ਦੇ ਮਾਂ ਪਿਓ ਜਿਹੜੇ ਨੇ ਕਿੰਨੀਆਂ ਸਦਰਾਂ ਦੇ ਨਾਲ ਬੱਚਿਆਂ ਨੂੰ ਪਾਲਦੇ ਨੇ। ਬੱਚੇ ਦੁਖੀ ਹੋਣ, ਮਾਂ ਪਿਓ ਆਪ ਦੁੱਖ ਉਠਾ ਲੈਂਦੇ ਨੇ। ਬੱਚਿਆਂ ਦੀ ਖਾਤਰ ਕਿੰਨੇ ਜਫਰ ਜਾਲਦੇ ਨੇ ਮਾਂ ਪਿਓ। ਇਹ ਗੱਲ ਕੱਲੀ ਬਾਬਾ ਪ੍ਰਿਥੀ ਚੰਦ ਜੀ ਨੂੰ ਨਹੀਂ ਹੈ, ਇਹ ਗੱਲ ਸੰਸਾਰ ਦੇ ਸਾਰੇ ਪੁੱਤਰਾਂ ਨੂੰ ਹੈ। ਉਹਨਾਂ ਨੂੰ ਜਿਹੜੇ ਆਪਣੇ ਮਾਂ-ਬਾਪ ਦੇ ਨਾਲ ਤਕਰਾਰ ਕਰਦੇ ਨੇ। ਆਪਾਂ ਦੇਖਦੇ ਹਾਂ ਪੁੱਤਰ ਬਾਪ ਦਾ ਸਿਰ ਪਾੜ ਦਿੰਦਾ ਹੈ, ਲੜਾਈ ਝਗੜਾ ਜਾਇਦਾਦ ਦੀ ਖਾਤਰ ਕਰ ਦਿੰਦਾ ਹੈ। ਮਾਂ-ਬਾਪ ਜਿਹੜੇ ਨੇ ਉਹ ਬਿਰਧ ਆਸ਼ਰਮ ਵਿੱਚ ਰੁਲਦੇ ਰਹਿੰਦੇ ਨੇ, ਸਿਰਫ ਧਨ ਦੌਲਤ ਸੰਭਾਲ ਲੈਂਦੇ ਨੇ ਬੱਚੇ। ਜਿਸ ਮਾਂ-ਬਾਪ ਨੇ ਜਨਮ ਦਿੱਤਾ ਹੁੰਦਾ ਹੈ, ਵੱਡਿਆਂ ਕੀਤਾ ਹੁੰਦਾ ਹੈ, ਇੰਨੀ ਮਿਹਨਤ ਕਰਕੇ, ਜਦੋਂ ਬਿਰਧ ਹੋ ਜਾਂਦਾ ਤੇ ਉਹਦੇ ਨਾਲ ਲੜਦੇ ਨੇ, ਝਗੜਦੇ ਨੇ। ਇਹ ਸਮਾਜ ਦਾ ਇੱਕ ਡਿੱਗਿਆ ਹੋਇਆ ਪੱਖ ਹੈ। ਸਤਿਗੁਰੂ ਜੀ ਕਹਿੰਦੇ, ਜਿਨ ਕੇ ਜਣੇ ਵਡੀਰੇ ਤੁਮ ਹੋ। ਜਿਨ੍ਹਾਂ ਦੇ, ਜਿਸ ਮਾਂ ਪਿਓ ਦੇ ਪੈਦਾ ਕੀਤੇ ਹੋਏ ਤੁਸੀਂ ਵੱਡੇ ਹੋਏ ਹੋ, ਜਿਨ੍ਹਾਂ ਤੁਹਾਨੂੰ ਪਾਲਿਆ ਹੈ, ਇਹਨਾਂ ਪੋਸਿਆ ਹੈ। ਤਿਨ ਸਿਉ ਝਗਰਤ ਪਾਪ। ਉਸ ਮਾਂ ਬਾਪ ਦੇ ਨਾਲ ਝਗੜਨਾ ਤੇ ਬਹੁਤ ਵੱਡਾ ਪਾਪ ਹੈ, ਬਹੁਤ ਵੱਡਾ ਔਗਣ ਹੈ, ਦੋਖ ਹੈ। ਦੇਖੋ ਪਾਪ ਧਰਤੀ ਤੇ ਕਈ ਗਿਣੇ ਗਏ ਨੇ। ਰੱਬ ਨਾਲੋਂ ਟੁੱਟ ਜਾਣਾ ਹੀ ਸਭ ਤੋਂ ਵੱਡਾ ਪਾਪ ਹੈ। ਝੂਠ ਬੋਲਣਾ ਪਾਪ ਹੈ, ਹੇਰਾਫੇਰੀ ਕਰਨਾ ਪਾਪ ਹੈ, ਬੇਈਮਾਨੀ ਕਰਨਾ ਪਾਪ ਹੈ। ਤੇ ਸਤਿਗੁਰੂ ਜੀ ਕਹਿੰਦੇ ਮਾਂ ਬਾਪ ਦੇ ਨਾਲ ਝਗੜਨਾ ਵੀ ਬਹੁਤ ਵੱਡਾ ਪਾਪ ਹੈ। ਜਿਸ ਮਾਂ ਬਾਪ ਨੇ ਪਾਲਿਆ ਹੈ, ਉਹਦੇ ਨਾਲ ਝਗੜਨ ਦਾ ਅਰਥ ਕੀ ਹੈ? ਦੇਖੋ ਮਾਂ ਬਾਪ ਨੇ ਵੱਡਿਆਂ ਕਰ ਦਿੱਤਾ, ਆਪਣੀ ਕਮਾਈ ਕਰੋ, ਮਿਹਨਤ ਕਰੋ, ਤੁਸੀਂ ਅੱਗੇ ਵਧੋ ਜ਼ਿੰਦਗੀ ਦੇ ਅੰਦਰ। ਹੁਣ ਮਾਂ ਬਾਪ ਦੇ ਨਾਲ ਜਾਇਦਾਦ ਦੀ ਖਾਤਰ ਤੁਸੀਂ ਲੜੀ ਜਾਓ, ਇਹ ਤੇ ਅਨਿਆਂ ਹੈ ਨਾ। ਬਜਾਏ ਇਹਦੇ ਕਿ ਮਾਂ ਬਾਪ ਨੂੰ ਸੰਭਾਲੇ ਕੋਈ, ਜਾਂ ਮਾਂ ਬਾਪ ਦੀ ਕੋਈ ਸੇਵਾ ਕਰੇ, ਕਹਿਣਾ ਮੰਨੇ, ਪਰ ਉਲਟਾ ਝਗੜੇ ਮਾਂ ਬਾਪ ਦੇ ਨਾਲ। ਸਤਿਗੁਰੂ ਜੀ ਕਹਿੰਦੇ ਇੱਕ ਬਹੁਤ ਵੱਡਾ ਪਾਪ ਹੈ। ਜਿਸ ਮਾਂ ਬਾਪ ਨੇ ਪਾਲਿਆ, ਵੱਡਿਆਂ ਕੀਤਾ, ਉਹਨਾਂ ਦੇ ਨਾਲ ਝਗੜਨਾ ਇਹ ਬਹੁਤ ਵੱਡਾ ਪਾਪ ਹੈ। ਰਹਾਉ ਜਿਸ ਧਨ ਕਉ ਤੁਮ ਗਰਵ ਕਰਤ ਹੋ, ਸੋ ਧਨ ਕਿਸੇ ਨਾ ਆਪ।
घर दे विच जां समाज च कल कलेश उठदे कदों ने? सिर्फ धन दौलत दी खातर, शोहरत दी खातर, रुतबे दी खातर, होर कोई कारण नहीं है बहुता। सतगुरु जी कहंदे जिस धन दा तैनूं हंकार है ना काका, जिस धन करके तू हंकारी होया बैठा है ते उस धन दे हंकार करके तू लड़दा है, अज तक ये धन किसी दा साथी नहीं बनिया। बहुत धनवान आए ने धरती ते जिन्हां ने अन्याय दे नाल, अजोग तरीकिਆਂ दे नाल बहुत धन दौलत इकट्ठा कर लिया, पर धन किसी दा साथी नहीं बनिया अज तक। धन इत्थे दा इत्थे ही है, जिन्ना को रब ने धन बनाया है ना उन्ना ही है धरती ते। जद दी धरती बनी है, जिन्ना धन बनाया उन्ना ही है धरती ते, और उन्ना ही रहना है, ना ये वधना है ते ना ये घटना है। ये सिर्फ एक मनुख दा भरम है कि मैं बहुत पैसा कमा लिया, बहुत पैसा इकट्ठा कर लिया। बड़े बड़े आए सिकंदर वर्गे, इन्हें सिकंदर भी जो मरिया ना तो उन्हें अखीर ते गल की कि जो मैनूं बाहर कढ़िया जाए ना तो मेरे हाथ जिहड़े ने वो बाहर खपण तो दिखाए जाण, लोकां नूं दुनिया नूं पता लगे कि दुनिया दा जेतू सिकंदर खाली हाथ दुनिया तो चलिया गया। बाबा कबीर साहब जी कहंदे, कबीर कौडी कौडी जोर कै जोरे लाख करोड़, अंत की बार न कछ मिले ओ लई लंगोटी तोर। बंदा बड़ी मेहनत करदा है, धन दौलत इकट्ठा करता है, लखां करोड़ा नहीं, अज तो बहुत ज्यादा धन इकट्ठा कर लेंदा बंदा, पर कहने लगे अखीर वेले कुछ भी नाल नहीं जांदा। बंदे ने जो लोकां दीयां नज़रां तो थोड़ा बहुता लुका के नहीं रखिया हुंदा, लंगोटी पल्ले बन्निया हुंदिया सी बजुर्गां ने पहले, वो लंगोटी भी ला लई, वो भी साथ न जान दित्ती। बाबा कबीर साहब जी कहंदे कोई धन किसी दे नाल नहीं जांदा, नांगे पावों ते गए जिनके लाख करोड़। भावें कोई लखां दा मालक है, भावें करोड़ां दा मालक, हर कोई नंगे पैरी इस धरती तो जांदा है, खाली हाथ इस धरती तो जांदा है। अज तक धन कदी किसी दे नाल नहीं गया, ना धन ने नाल जाना है। इस करके सतगुरु जी कहते जिस धन दा तू काका हंकार करदा है, अज तक ये धन ते किसी दा नहीं बनिया। बंदा सारी जिंदगी कहंदा है इन्ना धन मेरा है, मैं इन्नी माया दा मालिक हां, इन्नी दौलत दा मालिक है, पर अज तक माया दा मालिक कोई नहीं है। खसम मरे तो नार न रोवे, उस रखवारो होरो होवे। मालिक समझदे ना असीं धन दी माया दे असीं मालिक है, ते जदों मालिक मर जांदा है ना, ये माया ते रोंदी कोई नहीं, ख्या उन्होंने ध्यान ही कोई नहीं, ओदे रखवाले बड़े बैठे ने। ये जिहड़ी माया है ना, इन्हें तो सुहागणी रहिंदी है, ये कदी जिहड़ी है सिर तो खाली नहीं रहिंदी, ये बड़े मालक ने। एक उपरे एक बंद लक खड़े, एक जिहड़े ने जांदे ने ते दूजे लक बन के पहला खड़े ने, क्या कुछ असीं संभालना। इस करके सतगुरु जी कहंदे ये धन अज तक कदी किसी दा बनिया नहीं है। धन की खातर अपने रिश्तियां च कुड़तन पैदा करनी, धन की खातर लड़ाई झगड़े करने, मां बाप दे नाल लड़ना, ये तो कोई सियाणप नहीं है। इस करके जिस धन का तेनू हंकार है ना, ये अज तक कदी किसी दे नाल गया नहीं है। और खिन में छोड़ जाए बिखिया रस, तो लागे पछताप। ये धन करके मनुख विषय विकारां च पै जांदा है। धन भी एक राशि है बंदे की जिंदगी। विखिया दा अर्थ हुंदा जहर। जिवें जहर खा लो, किसी मनुख नूं खवा दित्ती जाए, ओहदे शरीर लई घातक हुंदी है, शरीर नूं खत्म कर दिंदी है। धन माड़ा नहीं है, माया माड़ी नहीं है। माया तो बिना ते गुजरान चलनी नहीं है। माया इवें है जिवें तुसी बेड़ी तारनी है ना, बेड़ी तारन लई पानी होना जरूरी है। सुक्के दरिया च बेड़ी की तरेगी? बेड़ी जिहड़ी है वो सुक्के थां ते नहीं चल सकती, बेड़ी पानी विच ही चलदी है, पर पानी दे उपर उपर चलदी। जदों पानी बेड़ी दे विच पै गया उदों बेड़ी डुब जाएगी, फिर भी नहीं चलेगी। ये माया जिहड़ी है ना, ये पानी वांगू है। पानी तो बिना साडी जिंदगी नहीं बतीत होनी, माया तो बिना साडी जिंदगी नहीं बतीत होनी। उहदे लई सानू साडे सतगुरू जी ने किरत करन दी गल कही है, मेहनत करन दी गल कही। गुरमत दा पहला ही लैसन है कि किरत करो।
उदों अगे नाम जपो है। पहला लैसन है किरत करो, मेहनत करो, किरत करो। ते मेहनत करके जो आ जाए बहुत चंगी गल है, क्योंकि धन तो बिना ते जिंदगी चलनी नहीं है। गुरबाणी विच सतगुरु जी ने धन नूं माड़ा नहीं किया, पर धन दा जो लालच है, धन दी जो तृष्णा है, उस नूं जरूर सतगुरु जी ने निंदे। धन तो बिना ते जिंदगी चलती नहीं है। गुरु ग्रंथ साहिब जी विच बचन ने, धन सुहागण महा पुनीत पवीत, तपे तपीसर डोले चीत, गृह जाके सुबह है नाही, आवत पिया खुदे जाए। कहणगे माया जिहड़ी सुहागण है बड़ी पवित्र है। इस माया नूं देख के ते बड़े बड़े तपीसरां दे चित्त डोल जांदे ने। माया नूं शोभा की है, गृह जाके सुबह है नाही। जिस घर च माया नहीं है, शोभा नहीं है, आवत पईया खुदे जाए। उत्थे कोई परौणे आ गए, कोई राही आ गए तो भुखे चले जाएंगे। जे घर च कोई चार पैसे नहीं तो भुखे चले जाएंगे। इस करके माया माड़ी नहीं है, माया गुजरान है। माया दी खातर किरत करनी है। किरत करके जो आए वाहिगुरु दा धन्नवाद करदे उन्हें वरतना चाहिए। पर बंदे नूं जदों अपनी किरत ते भरोसा नहीं रहिंदा, अपने आप ते भरोसा नहीं। देखो, जिस मनुख नूं अपने आप ते भरोसा नहीं, उन्होंने परमात्मा ते भरोसा कित्थों आएगा। जिन्हों अपनी किरत ते भरोसा नहीं, वह परमात्मा ते कदी भरोसा नहीं करेगा। परमात्मा दे भरोसे तो पहला अपने अंदर एक जिन्हों कहने आत्म विश्वास पैदा करना पैना, अपने अंदर एक कॉन्फिडेंस भरोसा पैदा करना। इस करके जिस मनुख नूं अपनी किरत ते भरोसा नहीं, मेहनत ते भरोसा नहीं है, और रब ते कदी भरोसा नहीं करेगा। जिन्ना मर्जी उन्होंने ज्ञान देई जाओ, जिन्ना मर्जी धर्म स्थानां ते बैठा रहे। अपनी मेहनत करके वरतना साडा अधिकार है। पर मेहनत तो इलावा तृष्णा की खातर लोगों की लुट सुट करनी, लड़ाई झगड़े करने, वाद वाद करना, जां नजायज तरीके वरतने, ये एक मनुख दे जिंदगी दे डिगे हुए पद्धर दा सबूत है। सतगुरु साहिब जी कहते कि माया होनी चाहिए है। जिवें बेड़ी पानी तो बिना नहीं तुरदी, साडी जिंदगी भी माया तो बिना नहीं बतीत होएगी। रोटी खाने लिए पैसा चाहिए, कपड़े लिए पैसा चाहिए, घर लिए पैसा चाहिए। पर एक गल चेते रखना, पानी तो बिना बेड़ी नहीं तरदी, पर यह पानी बेड़ी दे विच नहीं पैना चाहिए। जे पानी बेड़ी च पै गया तो तां भी डुब जाएगी। माया तो बिना जिंदगी नहीं है, पर माया सुरत च नहीं वस जानी चाहिए। माया होना मायाधारी नहीं है, किसको बहुती होए थोड़ी होए कोई फर्क नहीं है। मायाधारी सतगुरु जी ने उन्होंने नहीं कहा कि जिहदे कोल माया है। माया नूं किते माड़ा नहीं कहा। बड़े बड़े धनवान सिख सतगुरु जी दे होए ने। गुरु साहिब जी दे कोल भी बड़ी माया हुंदी सी। मायाधारी दर्ज के जिहदी सुरत विच माया ही है, धर्म स्थान ते भी आके माया माया ही करदा रहिंदा। वो पाठ करदा भी माया माया ही करी जांदा। और रिश्तियां च भी माया माया तुरी फिरदी। पैसा पैसा वाली कोई रिश्ता नहीं मायने रखदा। कोई मां नहीं, कोई प्यो नहीं, कोई भैन नहीं, कोई भरा नहीं। सिर्फ ते सिर्फ अपने स्वार्थ नूं मुख रखदा कि मैनूं पैसा मिलना चाहिए, मैनूं सब कुछ मिलना। उहनूं किहा जांदा है मायाधारी। ते जिहड़ा मायाधारी हुंदा है ना, सतगुरु जी कहंदे ओह अन्ना भी हो जांदा है ते बोला भी हो जांदा है। कुदरत दा इक नियम है। तुसीं देखोगे कि जिन्नूं रब ने अखां नहीं ना दित्तियां, उहनूं कंन जरूर दित्ते ने। जिन्हों अखां नहीं दित्तियां, उन्होंने कंन जरूर दित्ते ने। ते जे कंन नहीं ते अखां जरूर दित्तियां ने। कदी तुसीं कोई एक्सीडेंट हो जाए, गल वखरी है। अखां ते कन्नां तो बिना तुसीं दोवें चीज़ां कुदरत वल्लों नहीं देखोगे। एक कुदरत दा इक नियम है, जिहदे कोल कंन नहीं उहनूं अखां दित्तियां ने, जे अखां नहीं ते उहनूं कंन दित्ते होए। पर इस धरती तेरी ने कोई भी श्रेणी है जिहदियां अखां भी नहीं हुंदियां ते कंन भी नहीं हुंदे। मायाधारी अत अन्ना बोला, जिहदी सुरत विच सिर्फ माया ही हुंदी है कि मैं ही सब कुछ, मेरे तो बिना है कुछ नहीं। वो अन्ना भी हो जाता है, वो बोला भी हो जाता है। वो लोगों को तड़फदे देख के उहदे कोई असर नहीं पैंदा। लोगों दीयां चीख पुकार नूं, रोण करलों नूं देख के कोई फर्क नहीं पैंदा। अंदर पत्थर हो जाता है, पत्थर। सर्दियां दे दिनां च आपां किते ठंड च कक्कर पिया होए जां बर्फ पई होए ना, तो ठंड दे नाल साडे हत्थ सुन्न हो जांदे ने। इन्ने सुन्न हो जांदे ने कि हत्थां दे उपर कोई चीज मारो ते महसूस ही नहीं करदे। उन्हां चों महसूस करन दी ताकत खत्म हो जांदी ठंड दे नाल। ए कठोर दे हो जांदे ने हत्थ।
बिल्कुल इदां जिवें बाहरों ठंड लगे शरीर कठोर हो जाता है, अंदरों सुन करन दी समर्था खत्म, महसूस करन दी समर्था जिहड़ी खत्म हो जाती है। जिस मनुख दे मन उपर माया दा असर हो जाए ना, वो भी अंदरों सुन हो जाता। सतगुरु जी ने गल की सी, पोख तुखार ना व्यापी कंठ मिलिया हर। तुखार दा अर्थ है ठंड, ऐन कड़वी ठंड। जिस मनुख दी सांझ परमात्मा नाल बन गई, ਉਹਨੂੰ ਜ਼ਿੰਦਗੀ ਅੰਦਰ ਮਾਇਆ ਦੀ ਇੱਕ ਕਰੜੀ ਠੰਡ, ਮਾਇਆ ਜਿਹੜੀ ਵਿਆਪ ਨਹੀਂ ਸਕਦੀ, ਉਸ ਦੇ ਮਨ ਨੂੰ ਠੰਡਿਆ ਨਹੀਂ ਕਰ ਸਕਦੀ, ਸੁਣ ਨਹੀਂ ਕਰ ਸਕਦੀ। ਪਰ ਜਿਹਨੂੰ ਵਿਆਪ ਗਈ ਉਹ ਅੰਦਰੋਂ ਸੁਣ ਹੋ ਜਾਂਦਾ, ਪੱਥਰ ਵਰਗਾ ਹੋ ਜਾਂਦਾ, ਅੰਨਾ ਹੋ ਜਾਂਦਾ, ਬੋਲਾ ਹੋ ਜਾਂਦਾ। ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਉਹ ਕੋਈ ਉਪਦੇਸ਼ ਨਹੀਂ ਸੁਣਦਾ, ਕਿਸੇ ਦਾ ਰੋਣਾ ਕਰਲਾਉਣਾ ਤਰਲਾ ਮਿਹਨਤ ਨਹੀਂ ਸੁਣਦਾ, ਉਹ ਕਿਸੇ ਦੇ ਦੁੱਖਾਂ ਨੂੰ ਨਹੀਂ ਸੁਣਦਾ। ਇਸ ਕਰਕੇ ਅੰਨਾ ਵੀ ਹੋ ਜਾਂਦਾ, ਬੋਲਾ ਵੀ ਹੋ ਜਾਂਦਾ ਜਦੋਂ ਮਨੁੱਖ ਦੇ ਮਨ ਉੱਪਰ ਪ੍ਰਭਾਵ ਪੈਂਦਾ। बाबा प्रिथी चंद जी ते भी प्रभाव पिया। गुरु रामदास जी महाराज निमरता दे पुंछ, बाणी दे चश्मे उन्हां दी रसनत वरदे ने। किन्ने परोपकारी, किन्ने दीन दयालु सतगुरु सच्चे पातशाह जी। हुण उन्हां दे बचन बाबा प्रिथी चंद जी दे उपर कोई असर नहीं कर रहे। उहदा कारण कि अंदरों अन्ना बोला हो गया, अंदरों पत्थर बन गया, माया ही माया उन्हें नजर आ रही। गुरु अर्जन देव जी महाराज किन्ने महान परोपकारी, मनुखता की खातर उन्होंने किन्ने वड्डे परोपकार किए। उस सतगुरु जी के विरोध हो गया, गुरु हरगोबिंद साहब जी के विरोध हो गया। यदा मतलब कि जिस मनुख के मन उपर माया का डंग पै जाए, वह मनुख जिहड़ा ना किसी उपदेश की परवाह नहीं करता। इस करके सतगुरु सच्चे पातशाह जी कहते एक गल चेते रखी, हुण ते माया चंगी लगती, माया नाल जुड़े हैं, पर खिन में छोड़ जाए बिखिया रस, तौला गे पछताप। जिंदगी दे अंदर देखो जन्म ते मौत, ये एक कुदरती हुक्म है, ये वाहिगुरु जी दा भाना है, इनू कोई टाल नहीं सकता। लेकिन जिन्ना असी दुनियावी ज्यादा तौर ते दुनिया दे विच खचत रवांगे, माया च खचत रवांगे, धन दौलत दे नाल जिन्नी ज्यादा साडा लगाव होएगा, उन्ना ही जदों ये सब कुछ नूं छड्डांगे ना, उदों असीं दुखी होवांगे। उन्ना ही वड्डा दुख जिन्नी वड्डी पकड़। जिहड़ा सतगुरु जी ने कहा हाथ मरोड़े तन कप्पे स्याहू होवा सेठ, वो बंदा जिहड़ा है ना उहदा रंग बदल जाता है, हाथ पैर उहदे मरोड़े जाते ने, मुड़ जाते ने, दुखी हुंदा है। उहदा कारण की है? उहदा कारण कि एडा वड्डा घर छड़ जावांगा मैं, इन्नी मेहनत करके धन दौलत कमाई है, ये तो किसी ने सामने नहीं, कौन सामभेगा? वो पछतावा। मौत की है, दुख की है, दुनिया नूं छड़ जाण दा दुख हुंदा साडे मन च, क्योंकि दुनिया दे नाल साडा लगा है, परिवार नाल साडा लगा है, धन दौलत नाल साडा लगा है। इस करके सतगुरु जी कहंदे जिन्ना चीजां दे नाल तू प्यार पाया होया है, जिस धन की खातर तू लड़ रहे हैं, झगड़ा कर रहे हैं, खिन में छोड़ जाए बिखिया रस, ये तो बिखिया रस है। जिवें जहर मनुख दे शरीर ली घातक है, माया का मोह जिहड़ा है ये मनुख दे आत्मक जीवन ली घातक है। सतगुरु जी ने कहा सी, माया होई नागनी जगत रही लपटाए, इसकी सेवा जो करे तिसी को फिर खाए। माया नागनी है, ये डंग मारदी ते जहर चढ़ जाती मनुख, जो डंग लग जाए। जिहड़ा बंदा इहदी सेवा करदा है ना, उहनूं इहदा डंग लगना ही लगना। देखो सप रखे हुंदे ने कईयां ने घरां च, ए लोकां दे शौक ने, कई तरह के शौक ने। हैरानी दी गल तां इह है, बंदा बंदे नाल प्यार नहीं करदा। तुसीं भी देखो अपने आले दुआले तुहानूं कई मिल जाणगे, घर दे जीआं नाल प्यार नहीं, कुत्तियां नाल प्यार। वो कुत्ते नूं सवेरे सवेरे लैके देखो घर च ये जी रखने माड़ी गल नहीं है, मैं किसी नूं माड़ा नहीं कहंदा, पर घर दे जीआं नाल प्यार नहीं है। बिल्लियां दे नाल प्यार, बिल्लियां तो अगे वध गए, लोगों ने सप रखने शुरू करते घरां च। प्रदेशां च है, इत्थे भी कई होर रखे होणगे, पता नहीं है। प्रदेशां च ते आम ही सप मिल जांदे, दुकानां तो लै लो तुसीं, सप मिल जांदे ने, तुहानूं होर चीज़ां मिल जांदियां ने। पैट शॉप ते तुसीं जाओ, कईयां ने सप रखे हुंदे ते अक्सर घटनावां व्यापदियां रहिंदियां ने। जिन्हां ने सप रखे ने, किते किते घटनावां व्यापदियां कि सप उन्हां नूं खाण लई फिर तुर पैंदे ने, उन्हां नूं खाण लई तुर पैंदे ने।
ये माया एक सपनी है, जेड़ा इसकी सेवा करेगा, इसकी सेवा जो करे तिसी को फिर खाए, ਉਹਨੂੰ ਇਹ ਡੰਗ ਮਾਰੇਗੀ ਹੀ ਮਾਰੇਗੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਕੀ ਹੋਏਗਾ ਜਦੋਂ ਇਹਨੂੰ ਤੈਨੂੰ ਡੰਗ ਵੱਜਿਆ ਇਹਦਾ ਜ਼ਹਿਰੀਲਾ, ਤਉ ਲਾਗੇ ਪਛਤਾਪ, ਫਿਰ ਤੂੰ ਪਛਤਾਏਂਗਾ ਕਿ ਜਿਸ ਮਾਇਆ ਦੀ ਖਾਤਰ ਮੈਂ ਆਪਣੇ ਰਿਸ਼ਤੇ ਤਿਆਗ ਦਿੱਤੇ, ਜਿਸ ਮਾਇਆ ਦੀ ਖਾਤਰ ਮੈਂ ਭੈਣ ਭਰਾ ਮਾਂ ਪਿਓ ਤੋਂ ਵੱਖਰਾ ਹੋ ਗਿਆ, ਉਹ ਮਾਇਆ ਨੇ ਤੇ ਸੁੱਖ ਦਿੱਤਾ ਹੀ ਕੋਈ ਨਹੀਂ, ਉਸ ਮਾਇਆ ਚੋਂ ਤੇ ਜ਼ਿੰਦਗੀ ਦਾ ਰਸ ਮਿਲਿਆ ਹੀ ਕੋਈ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬੇਟਾ ਤੂੰ ਸਿਰਫ ਧਨ ਦੀ ਖਾਤਰ ਝਗੜ ਰਿਹਾ ਹੈ। ਦੁਨਿਆਵੀ ਝਗੜਿਆਂ ਦਾ ਕਾਰਨ ਹੀ ਧਨ ਦੌਲਤ ਹੁੰਦਾ, ਦੁਨਿਆਵੀ ਰੁਤਬਾ ਹੁੰਦਾ, ਹੋਰ ਕੋਈ ਕਾਰਨ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਦੇਖ ਜਿਸ ਧਨ ਦੀ ਖਾਤਰ ਤੂੰ ਲੜ ਰਿਹਾ ਹੈ, ਇਹ ਧਨ ਕਦੀ ਕਿਸੇ ਦਾ ਅਜ ਤੱਕ ਬਣਿਆ ਨਹੀਂ, ਇਹਨੇ ਤੇ ਇੱਕ ਖਿੰਨ ਵਿੱਚ ਤੇਰਾ ਸਾੜ ਸੜ ਦੇਣਾ। ਮਨੁੱਖ ਮਾੜਾ ਜਿਹਾ ਡਿੱਗਦਾ ਤੇ ਧਨ ਉਦੋਂ ਨੇੜੇ ਹੀ ਨਹੀਂ ਲੱਗਦਾ। ਆਪਾਂ ਜਿੰਨਾ ਮਰਜ਼ੀ ਧਨ ਲਈ ਫਿਰੀਏ, ਦੇਖੋ ਮਹਾਮਾਰੀ ਪਸਰ ਰਹੀ ਹੈ ਪਈ ਇਸ ਵੇਲੇ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਸਮੂਹ ਸਿੱਖ ਸੰਗਤਾਂ ਪਾਸ, ਇਹ ਸਮੁੱਚੀ ਦੁਨੀਆ ਤੇ ਮਹਾਮਾਰੀ ਹੈ, ਸਾਵਧਾਨ ਰਹੀਏ। ਆਪਾਂ ਜੋ ਉਪਾਅ ਮੈਡੀਕਲ ਸੰਸਥਾ ਵੱਲੋਂ ਦੱਸੇ ਜਾਂਦੇ ਨੇ ਉਹ ਆਪਾਂ ਕਰੀਏ ਆਪਣੇ ਬਚਨ ਦੇ ਲਈ ਜੋ ਸਾਧਨ ਨੇ। ਬਾਕੀ ਵਾਹਿਗੁਰੂ ਦਾ ਹੁਕਮ ਹੈ, ਉਹਨੂੰ ਆਪਾਂ ਟਾਲ ਨਹੀਂ ਸਕਦੇ। ਬਾਕੀ ਜੋ ਕੁਝ ਅਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਕਰ ਸਕਦੇ ਹੋ ਕਰੀ। ਇਹ ਗੱਲ ਚੇਤੇ ਰੱਖੋ, ਗੌਰਮੈਂਟਾਂ ਵੀ ਸਭ ਕੁਝ ਨਹੀਂ ਕਰ ਸਕਦੀਆਂ। ਵੱਡੀਆਂ ਵੱਡੀਆਂ ਗੌਰਮੈਂਟਾਂ ਦੇ ਹੱਥ ਖੜੇ ਹੋ ਗਏ, ਅਮਰੀਕਾ ਵਰਗਿਆਂ ਦੇ, ਜਦੋਂ ਇਹ ਮਹਾਮਾਰੀ ਪਸਰੀ ਉੱਥੇ ਵੀ, ਅਜੇ ਵੀ ਹੈ, ਘਟ ਗਈ ਹੈ, ਪਰ ਵੱਡੀਆਂ ਵੱਡੀਆਂ ਗੌਰਮੈਂਟਾਂ ਦੇ ਹੱਥ ਖੜੇ ਹੋ ਗਏ। ਇੱਥੇ ਆਪਣੇ ਆਪ ਨੂੰ ਆਪ ਸੰਭਾਲਣਾ ਪੈਣਾ ਹੈ, ਆਪਣੀ ਰੱਖਿਆ ਆਪ ਕਰਨੀ ਪੈਣੀ ਹੈ। ਸੁਚੇਤ ਹੋਈਏ, ਆਪਾਂ ਕਿਤੇ ਜ਼ਰੂਰੀ ਕੰਮ ਬਾਹਰ ਜਾਈਏ ਤੇ ਬੜਾ ਸਾਵਧਾਨ ਹੋ ਕੇ ਜਾਈਏ, ਆਪਣੇ ਆਪ ਨੂੰ ਸੁਚੇਤ ਕਰਕੇ ਰੱਖੀਏ। ਪਹਿਲੀ ਗੱਲ, ਬਿਨਾਂ ਕੰਮ ਤੋਂ ਬਾਹਰ ਕੁਝ ਦਿਨ ਨਾ ਹੀ ਜਾਈਏ ਤੇ ਚੰਗੀ ਗੱਲ ਹੈ, ਇਹ ਸਾਡੇ ਲਈ ਹਿੱਤ ਵਿੱਚ ਗੱਲ ਹੈ। ਇਸ ਕਰਕੇ ਇਹ ਸਾਨੂੰ ਆਪਣੇ ਬਚਾਅ ਲਈ ਆਪ ਕਰਨਾ ਪਏਗਾ। ਮੈਂ ਬੇਨਤੀ ਕਰ ਰਿਹਾ ਸੀ ਕਿ ਧਨ ਦੌਲਤ ਬਹੁਤ ਹੈ ਲੋਕਾਂ ਦੇ ਕੋਲ, ਪਰ ਜਦੋਂ ਜ਼ਿੰਦਗੀ ਦਾ ਆਖਰੀ ਸਮਾਂ ਆਉਂਦਾ ਧਨ ਉੱਥੇ ਕੀ ਕਰਦਾ? ਧਨ ਤੇ ਸਾਥ ਨਹੀਂ ਦਿੰਦਾ। ਬਹੁਤ ਉਹ ਵੀ ਲੋਕ ਨੇ ਧਰਤੀ ਤੇ ਅੱਜ ਵੀ ਨੇ ਜਿਨ੍ਹਾਂ ਨੇ ਬੜੇ ਨਜਾਇਜ਼ ਤਰੀਕੇ ਨਾਲ ਧਨ ਦੌਲਤ ਇਕੱਠਾ ਕੀਤਾ ਹੁੰਦਾ, ਪਰ ਧਨ ਤਾਂ ਨਹੀਂ ਬਚਾ ਸਕਦਾ। ਧਨ ਨਾਲ ਸਾਥ ਦਿੰਦਾ ਉਸ ਵੇਲੇ ਤੇ ਫਿਰ ਕੀ ਹੁੰਦਾ? ਕੇਵਲ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ ਕਿ ਇੰਨੀ ਮਾਇਆ ਇਕੱਠੀ ਕੀਤੀ ਸੀ, ਇਹਨੇ ਵੀ ਸਾਥ ਨਹੀਂ ਦਿੱਤਾ। ਫਿਰ ਪਛਤਾਵਾ ਇਸ ਗੱਲ ਦਾ ਹੁੰਦਾ ਕਿ ਜੋ ਕੁਝ ਇਕੱਠਾ ਕੀਤਾ ਵੀ ਨਜਾਇਜ਼ ਤਰੀਕੇ ਦੇ ਨਾਲ, ਲੜ ਝਗੜ ਕੇ ਕੀਤਾ। ਸਤਿਗੁਰੂ ਜੀ ਕਹਿੰਦੇ ਕਰਨਾ ਕੀ ਚਾਹੀਦਾ ਜ਼ਿੰਦਗੀ ਦੇ ਅੰਦਰ ਕਿ ਜੋ ਤੁਮਰੇ ਪ੍ਰਭ ਹੋਤੇ ਸੁਆਮੀ, ਹਰ ਤਿਨ ਕੇ ਜਪ ਹੋ ਜਾ। ਸਤਿਗੁਰੂ ਜੀ ਕਹਿੰਦੇ ਜੋ ਤੇਰਾ ਸੰਗੀ ਸਾਥੀ ਹੈ ਪਰਮਾਤਮਾ, ਪਰਮਾਤਮਾ ਤੋਂ ਬਿਨਾਂ ਕੋਈ ਕਿਸੇ ਦਾ ਸੰਗੀ ਸਾਥੀ ਨਹੀਂ ਹੈ। ਪਰਮਾਤਮਾ ਹੀ ਹੈ ਜਿਨੇ ਸਾਡਾ ਸਾਥ ਦੇਣਾ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਇੱਥੋਂ ਤੱਕ ਕੋਈ ਭੈਣ, ਕੋਈ ਭਰਾ, ਕੋਈ ਰਿਸ਼ਤੇਦਾਰ, ਕੋਈ ਧਨ ਦੌਲਤ ਕਿਸੇ ਦਾ ਸਾਥ ਨਹੀਂ ਦੇ ਸਕਦਾ। ਜਿਸ ਪਰਮਾਤਮਾ ਨੇ ਤੇਰਾ ਸਾਥ ਦੇਣਾ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਇੱਥੇ ਮਾਂ ਪਿਓ ਭੈਣ ਭਰਾ ਧਨ ਦੌਲਤ ਕਿਸੇ ਨੇ ਮਦਦ ਨਹੀਂ ਕਰਨੀ, ਉੱਥੇ ਵਾਹਿਗੁਰੂ ਜੀ ਦੇ ਨਾਮ ਨੇ ਮਦਦ ਕਰਨੀ। ਵਾਹਿਗੁਰੂ ਜੀ ਦੇ ਨਾਮ ਨੇ ਮਦਦ ਕਿਵੇਂ ਕਰਨੀ ਹੈ? ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਦੇ ਪਿਆਰ ਚ ਜੁੜਦੇ ਹਾਂ, ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਾਂ, ਪ੍ਰਭੂ ਦੀ ਬੰਦਗੀ ਕਰਦੇ ਹਾਂ ਨਾ, ਉਹਦੇ ਪਿਆਰ ਚ ਜੁੜਦੇ ਹਾਂ ਨਾ, ਸੁਤੇ ਸਿੱਧ ਉਹਦੇ ਗੁਣ ਸਾਡੀ ਜ਼ਿੰਦਗੀ ਦੇ ਅੰਦਰ ਵਸਣੇ ਸ਼ੁਰੂ ਹੋ ਜਾਂਦੇ ਨੇ, ਸਾਡੇ ਜੀਵਨ ਚ ਸਾਡੇ ਕਿਰਦਾਰ ਚ ਆਉਣੇ ਸ਼ੁਰੂ ਹੋ ਜਾਂਦੇ ਨੇ। ਤੇ ਪਰਮਾਤਮਾ ਨੂੰ ਚੇਤੇ ਕਰਦਿਆਂ ਅਸੀਂ ਅੰਦਰੋਂ ਨਿਰਭਉ ਹੋ ਜਾਂਦੇ ਹਾਂ। ਪਰਮਾਤਮਾ ਨੂੰ ਚੇਤੇ ਕਰਦੇ ਅੰਦਰੋਂ ਨਿਰਵੈਰ ਹੋ ਜਾਂਦੇ। ਪਰਮਾਤਮਾ ਨੂੰ ਚੇਤੇ ਕਰਦਿਆਂ ਸਾਡੇ ਅੰਦਰ ਆਤਮ ਵਿਸ਼ਵਾਸ ਹੁੰਦਾ ਹੈ, ਆਤਮਿਕ ਗਿਆਨ ਹੁੰਦਾ ਹੈ। ਆਹ ਜਿਹੜਾ ਸਾਡੇ ਅੰਦਰ ਆਤਮ ਵਿਸ਼ਵਾਸ ਹੈ ਨਾ, ਜਾਂ ਆਤਮ ਗਿਆਨ ਹੈ, ਉਹਨੇ ਸਾਨੂੰ ਦੁੱਖਾਂ ਤੋਂ ਬਾਹਰ ਕੱਢਣਾ ਹੁੰਦਾ। ਕੋਈ ਧਨ ਨਹੀਂ ਕੱਢ ਸਕਦਾ, ਕੋਈ ਰਿਸ਼ਤੇਦਾਰ ਨਹੀਂ ਕੱਢ ਸਕਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿਹੜਾ ਪਰਮਾਤਮਾ ਹੈ ਉਹੀ ਤੇਰਾ ਮਦਦਗਾਰ ਹੈ। ਜਿੱਥੇ ਕੋਈ ਮਦਦਗਾਰ ਨਹੀਂ ਹੈ ਉੱਥੇ ਕੇਵਲ ਪਰਮਾਤਮਾ ਮਦਦਗਾਰ ਬਣਦਾ ਹੈ। ਇਸ ਕਰਕੇ ਹਰ ਤਿਨ ਕੇ ਜਾਪੋ ਜਾਪ, ਉਹ ਪਰਮਾਤਮਾ ਜਿਹੜਾ ਸਾਰਿਆਂ ਦਾ ਮਾਲਕ ਹੈ, ਸੁਆਮੀ ਹੈ, ਜਿਹੜਾ ਹਮੇਸ਼ਾ ਮਨੁੱਖ ਦਾ ਸੰਗੀ ਸਾਥੀ ਹੈ, ਉਸ ਪਰਮਾਤਮਾ ਦਾ ਜਾਪ ਜਪਿਆ ਕਰ, ਉਸ ਪਰਮਾਤਮਾ ਦੇ ਪਿਆਰ ਜੁੜਿਆ ਕਰ। ਪਰਮਾਤਮਾ ਦਾ ਜਾਪ ਜਪਣ ਦਾ ਅਰਥ ਇਹ ਹੈ ਕਿ ਉਸ ਪਰਮਾਤਮਾ ਦੇ ਪਿਆਰ ਚ ਵਿਚਰ ਕੇ ਉਹ ਜਿਹਾ ਸੁਭਾਅ ਬਣਾ ਕੇ ਵਿਚਰਨਾ। ਪਰਮਾਤਮਾ ਕਿਸੇ ਨਾਲ ਝਗੜਦਾ ਹੈ ਕਿਤੇ? ਦੇਖੋ ਕਿੰਨੀ ਦੁਨੀਆ ਹੈ, ਕਿੰਨਾ ਸੰਸਾਰ ਪਰਮਾਤਮਾ ਨੇ ਬਣਾਇਆ। ਪਰਮਾਤਮਾ ਕਿਸੇ ਨਾਲ ਝਗੜਦਾ ਨਹੀਂ, ਪਰਮਾਤਮਾ ਕਿਸੇ ਨਾਲ ਕੋਈ ਗੁੱਸਾ ਨਹੀਂ ਕਰਦਾ, ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਕਰਦਾ।
इत्थे साडियां कहानियां बनाइया हुई ने कि परमात्मा नाराज हो जाएगा, परमात्मा गुस्से हो जाएगा, परमात्मा क्रोध हो जाएगा। ये मनुख की अपनी सोच है। परमात्मा कदी नाराज नहीं होता। जो नाराज हो जाए वो परमात्मा ही नहीं होता। परमात्मा ते परमात्मा दा प्यारा कदी किसी नाल नाराज नहीं होता। परमात्मा ते सद बख्शिंद सदा मेहरबान है। मेहरबान साहिब मेरा मेहरबान है। वो तो बड़ा दयालु है। दीन दयाल दयालु दुख देखत है पर देत ना हारे। वो तो साडे अवगुण देख के भी साडे ते मेहर ही करदा है। वो साडे ते प्रसन्न ही रहिंदा। इस करके सतगुरु साहिब जी कहंदे कि जिहड़ा परमात्मा सारियां दा है ना, परमात्मा उस परमात्मा दा सिमरन करया कर। लड़न झगड़न दी कोई लोड़ नहीं है। परमात्मा दे प्यार जुड़ के जिंदगी च बंदा मेहनत करे ते जिंदगी अंदर सुख ही सुख है। धन दौलत जिहड़ा है साडियां लोड़ां पूरीआं कर सकदा है पर ये सानू सुख नहीं दे सकदा। देखो धन दे नाल असीं घर तां बना सकदे हां पर जे तुसीं कहो कि धन दे नाल सुख खरीद लईए वो नहीं खरीदे जा सकदे। धन दे नाल दवाइयां खरीद सकदे हां, तंदुरुस्ती नहीं खरीदी जा सकदी। धन दे नाल वधिया असीं बैड बिस्तरे खरीद सकदे हां, धन दे नाल नींद नहीं खरीदी जा सकदी। धन दे नाल प्यार नहीं खरीदिया जा सकदा। धन दे नाल जिंदगी दे अंदर चंगे गुण नहीं खरीदे जा सकदे। वो सब कुछ खरीदिया जा सकदा है परमात्मा दे प्यार नाल जुड़ के। ज्यों ज्यों परमात्मा दे प्यार जुड़ांगे साडे अंदर रब्बी गुण वसणगे, सुख अपने आप ही आ जाएगा। सुख मंगिया नहीं मिलदा, सुख खरीदिया नहीं मिलदा, सुख किसी दे दित्तिया नहीं मिलदा। सुख ते साडे जीवन चों पैदा होंदा है, दुख भी साडी जिंदगी दे जीवन दे ढंग चों पैदा होए। दुख किसी ने नहीं दिते। कोई बंदा दुखां दा कारण नहीं है, कोई मां प्यो कोई धी पुत्र दुखां दा कारण नहीं है, कोई पदार्थ दुखां दा कारण नहीं है, कोई थां कोई वस्तु दुखां दा कारण नहीं है। दुखां दा कारण साडी सोच है। उस सोच विचों दुख पैदा होंदे ने। दुख हैगे ते मन विच ही ने, तन नूं ते दुख है ही कोई नहीं। जदों असीं परमात्मा दे प्यार च जुड़ के निर्वैर होके विचरांगे, परमात्मा दे भरोसे ते विचरांगे, अपनी किरत ते विश्वास करांगे, जिंदगी सुख ही सुख आई जाणगे। इस करके सतगुरु जी कहते हैं कि जेड़ा परमात्मा तेरे नाल है ना हमेशा, जिन्हें संगी साथी बनना है, ओदा जाप करया कर, ओदे प्यार जुड़िया कर। उपदेश करत नानक जन तुमको, जो सुनो तो जाए संताप। संताप दा अर्थ हुंदा कल कलेश। साडी जिंदगी दे अंदर अनेक संताप ने। असीं संसारी लोग हां, दुनियावी रिश्तियां च आपां देखदे हां वाद तकरार चलदे रहिंदे ने। समाज दे विच इहो जिहियां तकरीबन गल्लां बातां वापरदियां रहिंदियां ने, लड़ाई झगड़े कल कलेश बड़े वापरदे ने। ये जिन्ने संताप ने, इन्हां संतापां तो इन्हां दुखां तो मुक्त होण दा इक्को एक रस्ता सतगुरु गुरु रामदास जी ने दस्सिया है कि बजाए इहदे कि असीं किसी नाल लड़ाई झगड़ा करिए, सानू उस परमात्मा दे प्यार जुड़ना चाहिदा है। उपदेश करत नानक जन तुम कहो। हे भाई, आ जिहड़े रब दे प्यारे तुहानू उपदेश करदे ने, रब दे प्यारे दा उपदेश पढ़ो। किसी भी तुसीं रब्बी प्यारे दी गल पढ़ लो। श्री गुरु ग्रंथ साहिब जी च भगत जनां दी बाणी है, पट्टां दी बाणी है, गुरु साहिब जी दी बाणी है। ये सानू उपदेश ही है सारा। सतगुरु जी कहंदे जे किते इस नूं सुण लओ, जाओ सुनो तो जाए संताप। जे किते रब्बी प्यारियां दे बचनां नूं सुण लो ते तुहाडी जिंदगी अंदर सारे संताप चले जाणगे, मिट जाणगे। जदों ये सच्ची बाणी सुन लोगे, दुख रोग संताप उतरे। सुनी सच्ची बाणी, ये रब्बी प्यारियां दी बाणी जिहड़ी पवित्र बाणी, इहनूं सुनोगे तुहाडे दुख दलिद्र कल कलेश अपने आप ही मिटने शुरू हो जाणगे। हुण सुणन दा अर्थ की? देखो सुणदी ते आपां सारे ही हां, भागां वाले हां, जिन्हें भी आपां गुरु हजूरी च बैठे जां गुरु दी गल जिथे भी बैठे सुन रहे हैं, पर सुणन दा अर्थ है सुन के साडे हिरदे च वस जाए। बिक्रमजीत राजे दे दरबार च एक कलाकार आ गया, उहदे कोल 3 मूर्तां सन, 3 मूर्तां उहने बनाईयां ते आके कहण लगा राजन आ 3 मैं मूर्तां बनाईयां ने, इन्हां 3 दा तुसीं मुੱਲ जां इन्हां दी कीमत दस सकदे की है? राजा कहने लगे इक्को जिहियां नहीं, कोई कीमत होएगी? कहने लगा नहीं इक्को जिहियां नहीं है, इन्हां 3 च बड़ा फर्क है। कोई तेरा सियाणा बंदा दस सके ते चंगी गल है, ये परख ही है तेरी।
ਜਿਹਨੂੰ ਪੁੱਛਿਆ ਕਹਿਣ ਲੱਗੇ ਕਿ ਇੱਕੋ ਜਿਹੀਆਂ ਨਜ਼ਰ ਆ ਰਹੀਆਂ ਨੇ, ਕੋਈ ਬਹੁਤਾ ਫਰਕ ਤਾਂ ਹੈ ਨਹੀਂ ਇਹਨਾਂ 'ਚ। ਇੱਕ ਵਿਦਵਾਨ ਪੰਡਤ ਉੱਠਿਆ, ਕਹਿਣ ਲੱਗਾ ਖਲੋ ਜੋ ਰਾਜਨ, ਮੈਂ ਦੇਖਦਾ। ਉਹਨੇ ਇੱਕ ਤੀਲਾ ਲਿਆ, ਇੱਕ ਮੂਰਤ ਦੇ ਕੰਨ 'ਚ ਪਾਇਆ, ਉਹ ਕੰਨ 'ਚੋਂ ਪਾਇਆ ਤੇ ਦੂਜੇ ਬੰਨੇ ਨਿਕਲ ਗਿਆ। ਕਹਿਣ ਲੱਗਾ ਰਾਜਾ, ਆ ਜਿਹੜੀ ਮੂਰਤ ਹੈ ਨੇ ਧੇਲਾ ਮੁੱਲ ਨਹੀਂ ਹੈ, ਬਿਲਕੁਲ ਕੋਈ ਇਹਦਾ ਮੁੱਲ ਨਹੀਂ ਹੈ, ਨਕਮੀ ਹੈ, ਕਿਸੇ ਅਰਥ ਦੀ ਨਹੀਂ ਹੈ। ਦੂਸਰੀ ਦੇ ਮੂੰਹ 'ਚ ਪਾਇਆ ਤੀਲਾ, ਕੰਨ 'ਚ ਪਾਇਆ ਤੀਲਾ, ਤੇ ਉਹ ਉਹਦੇ ਮੂੰਹ ਰਾਹੀਂ ਨਿਕਲ ਗਿਆ। ਕਹਿਣ ਲੱਗਾ ਇਹਦਾ ਥੋੜਾ ਜਿਹਾ ਮੁੱਲ ਹੈ, ਥੋੜਾ ਜਿਹਾ, ਕੋਈ ਬਹੁਤ ਜ਼ਿਆਦਾ ਨਹੀਂ। ਤੀਸਰੀ ਦੇ ਕੰਨ 'ਚ ਪਾਇਆ ਤੇ ਉਹ ਅੰਦਰ ਨੂੰ ਚਲਿਆ ਗਿਆ, ਬਾਹਰ ਨਾ ਆਇਆ। ਕਹਿਣ ਲੱਗਾ ਐਸ ਮੂਰਤ ਦੀ ਕੀਮਤ ਹੀ ਕੋਈ ਨਹੀਂ, ਅਮੋਲ ਹੈ, ਇਹ ਬਹੁਤ ਵਧੀਆ ਹੈ, ਇਹਦੀ ਕੀਮਤ ਤੂੰ ਨਹੀਂ ਦੇ ਸਕਦਾ। ਪਹਿਲੀ ਦੀ ਕੀਮਤ ਹੈ ਕੋਈ ਨਹੀਂ, ਨਕਮੀ ਹੈ। ਦੂਸਰੀ ਦੀ ਕੁਝ ਕੀਮਤ ਹੈ ਤੇ ਤੀਸਰੀ ਦੀ ਕੀਮਤ ਤੂੰ ਦੇ ਹੀ ਨਹੀਂ ਸਕਦਾ। ਰਾਜਾ ਬੜਾ ਹੈਰਾਨ, ਕਹਿਣ ਲੱਗਾ ਦੇਖਣ ਨੂੰ ਤੇ ਤਿੰਨੇ ਇੱਕੋ ਜਿਹੀਆਂ ਨੇ। ਉਹ ਕਹਿਣ ਲੱਗਾ ਤਿੰਨੇ ਮੂਰਤਾਂ ਦਰਅਸਲ ਇੱਕ ਸਰੋਤੇ ਦੀਆਂ ਪ੍ਰਤੀਕ ਨੇ, ਮਨੁੱਖ ਦੀਆਂ ਪ੍ਰਤੀਕ ਨੇ। ਪਹਿਲੀ ਮੂਰਤ ਇਸ ਗੱਲ ਦੀ ਪ੍ਰਤੀਕ ਹੈ ਕਿ ਕੁਝ ਲੋਕ ਉਹ ਹੁੰਦੇ ਨੇ ਜਿਹੜੇ ਐਸ ਕੰਨ ਤੋਂ ਸੁਣਦੇ ਇੱਧਰ ਕੱਢ ਦਿੰਦੇ ਨੇ, ਇੱਧਰੋਂ ਸੁਣਿਆ ਇੱਧਰ ਕੱਢ ਦਿੱਤਾ, ਕੋਈ ਅਸਰ ਨਹੀਂ ਪਿਆ ਉਹਦੇ ਤੇ, ਕੋਈ ਬਦਲਾਅ ਨਹੀਂ ਜ਼ਿੰਦਗੀ ਚ ਆਉਂਦਾ। ਦੇਖੋ ਕਦੇ ਆਪਾਂ ਸੁਣਦੇ ਆ, ਕਦੇ ਆਪਾਂ ਪੜ੍ਹਦੇ, ਜ਼ਿੰਦਗੀ ਉੱਥੇ ਦੀ ਉੱਥੇ ਹੀ ਹੈ। ਗੁਰਬਾਣੀ ਵਾਰ-ਵਾਰ ਕਹਿੰਦੀ ਕਿ ਦੁੱਖ ਦਿਲ ਮਿਟ ਜਾਣਗੇ, ਕਲ ਕਲੇਸ਼ ਮਿਟ ਜਾਣਗੇ, ਲੇਕਿਨ ਸਾਡੀ ਜ਼ਿੰਦਗੀ ਚ ਕੋਈ ਇੰਪਰੂਵਮੈਂਟ ਹੈ ਹੀ ਨਹੀਂ ਹੈ, ਕਿਉਂਕਿ ਅਸੀਂ ਇਧਰੋਂ ਸੁਣਦੇ ਆ, ਇਧਰ ਕੱਢ ਦਿੰਦੇ ਆ। ਦੂਸਰੀ ਮੂਰਤ ਕਹਿਣ ਲੱਗਾ ਇਸ ਗੱਲ ਦੀ ਪ੍ਰਤੀਕ ਹੈ ਕਿ ਕੰਨ ਰਾਹੀਂ ਸੁਣ ਕੇ ਉਹਨੇ ਮੂੰਹ ਰਾਹੀਂ ਕੱਢ ਦਿੱਤਾ। ਇੱਥੋਂ ਸੁਣਿਆ, ਕਿਸੇ ਕੋਲੋਂ ਸੁਣਿਆ, ਫਿਰ ਜੋ ਕੁਝ ਸੁਣਿਆ ਦੂਜੇ ਨਾਲ ਚਰਚਾ ਕਰਨੀ ਸ਼ੁਰੂ ਕਰਤੀ। ਮੇਰੇ ਵਰਗੇ ਨੇ ਕਿਤੇ ਗੱਲ ਸੁਣੀ ਤੇ ਬਾਹਰ ਜਾ ਕੇ ਸਵਾਲ ਕਰ ਦਿੱਤਾ, ਜੇ ਉਹਨੂੰ ਜਵਾਬ ਨਾ ਆਇਆ ਤਾਂ ਕਹਿੰਦਾ ਤੂੰ ਗੁਰਦੁਆਰੇ ਲੈਣ ਕੀ, ਉਹਨੂੰ ਤਾਂ ਸਿੱਖਿਆ ਹੀ ਕੁਝ ਨਹੀਂ। ਉਹ ਦੂਜਿਆਂ ਦੇ ਨਾਲ ਚਰਚਾ ਕਰਨੀ ਸ਼ੁਰੂ ਕਰਤੀ, ਹੰਕਾਰ ਪ੍ਰਗਟ ਕਰਨਾ ਸ਼ੁਰੂ ਕਰਤਾ। ਸੁਣਿਆ ਪਰ ਉਹ ਵੀ ਆਕਾਰ ਚਲਿਆ ਗਿਆ। ਤੀਜੀ ਮੂਰਤ ਇਸ ਗੱਲ ਦੀ ਪ੍ਰਤੀਕ ਹੈ ਕਿ ਕੁਝ ਸਰੋਤੇ ਇਹੋ ਜਿਹੇ ਹੁੰਦੇ ਨੇ ਜਿਹੜੇ ਕੰਨ ਨਹੀਂ ਸੁਣਦੇ ਤੇ ਹਿਰਦੇ 'ਚ ਹੀ ਵਸਾ ਲੈਂਦੇ। ਜਿਹੜੇ ਹਿਰਦੇ 'ਚ ਵਸਾ ਲੈਂਦੇ ਉਹਨਾਂ ਨੇ ਸੁਣਿਆ ਦਰਅਸਲ, ਉਹਨਾਂ ਦਾ ਸੁਣਿਆ ਪ੍ਰਵਾਨ ਹੋ ਜਾਂਦਾ। ਉਹ ਜਿਹੜੇ ਸੁਣਨ ਵਾਲੇ ਨੇ, ਸਤਿਗੁਰੂ ਸਾਹਿਬ ਜੀ ਨੇ ਉਹਨਾਂ ਦੀ ਵਡਿਆਈ ਕੀਤੀ ਹੈ ਗੁਰਬਾਣੀ ਅੰਦਰ, ਸੁਣਨ ਦੀ ਸਾਨੂੰ ਪ੍ਰੇਰਣਾ ਕੀਤੀ ਹੈ। ਸੁਣਨਾ ਬਹੁਤ ਜ਼ਰੂਰੀ ਹੈ। ਸੁਣਨ ਲਈ ਰੱਬ ਨੇ ਦੋ ਕੰਨ ਦਿੱਤੇ ਨੇ ਸਾਨੂੰ, ਬੋਲਣ ਲਈ ਇੱਕ ਜੀਭ ਦਿੱਤੀ ਹੈ, ਕਿਉਂਕਿ ਬੋਲਣਾ ਕੋਈ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੈ। ਗੁਰਬਾਣੀ ਕਹਿੰਦੀ ਬੋਲੋ ਪਰ ਘੱਟ ਬੋਲੋ, ਬਹੁਤਾ ਨਹੀਂ ਬੋਲਣਾ, ਬੋਲੋ ਪਰ ਘੱਟ ਬੋਲੋ, ਲੋੜ ਅਨੁਸਾਰ ਬੋਲੋ। ਜੇ ਬਹੁਤਾ ਬੋਲੋਗੇ, ਬਹੁਤਾ ਬੋਲਣ ਝੱਖਣ ਹੋਏ, ਬਹੁਤਾ ਬੋਲਣ ਤੇ ਝੱਖ ਮਾਰਨ ਵਾਲੀ ਗੱਲ ਹੈ। ਜਿੰਨਾ ਜ਼ਿਆਦਾ ਬੋਲੀ ਜਾਵਾਂਗੇ ਉਨੀ ਸਾਡੀ ਵੈਲਿਊ ਘਟਦੀ ਚਲੀ ਜਾਏਗੀ। ਸਿਆਣੇ ਲੋਕ ਜਿਹੜੇ ਨੇ ਉਹ ਥੋੜੇ ਬੋਲਾਂ ਨਾਲ ਬਹੁਤ ਕੁਝ ਕਹਿ ਦਿੰਦੇ, ਉਹਨਾਂ ਦੇ ਥੋੜੇ ਬੋਲ ਹੀ ਬੜੇ ਕੀਮਤੀ ਹੁੰਦੇ ਨੇ। ਲੇਕਿਨ ਸਤਿਗੁਰੂ ਜੀ ਨੇ ਬੋਲਣ ਤੋਂ ਪਹਿਲਾਂ ਕਿਹਾ ਸੁਣੋ। ਜਦੋਂ ਤੁਸੀਂ ਗੁਰਬਾਣੀ ਪੜੋਗੇ, ਸਤਿਗੁਰੂ ਜੀ ਨੇ ਕਿਹਾ ਸੰਤ ਮਿਲੇ ਕਿਸ ਸੁਣੀਐ ਕਹੀਏ, ਪਹਿਲਾਂ ਸੁਣੋ ਤੇ ਫਿਰ ਕੁਝ ਬੋਲੋ। ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਐ ਕਿਸ ਕਹੀਏ, ਪਹਿਲਾਂ ਸੁਣੋ ਤੇ ਫਿਰ ਬੋਲੋ। ਜਿੰਨਾ ਚਿਰ ਜ਼ਿੰਦਗੀ 'ਚ ਰਹਿਣਾ ਕੁਝ ਸੁਣਨਾ ਵੀ ਹੈ ਤੇ ਕੁਝ ਬੋਲਣਾ ਵੀ। ਸੁਣਨ ਦੇ ਨਾਂ ਤੇ ਜਪਜੀ ਸਾਹਿਬ ਜੀ 'ਚ 4 ਪੌੜੀਆਂ ਨੇ, ਫਿਰ ਮਲਾਹ ਰਾਗ ਦੀ ਵਾਰ 'ਚ 4 ਪੌੜੀਆਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀਆਂ ਨੇ। ਸੁਣਨ ਦੀ ਸਤਿਗੁਰੂ ਜੀ ਨੇ ਬਹੁਤ ਵਡਿਆਈ ਕੀਤੀ। ਸੁਣਨ ਵਾਲਾ ਸੁਣੇ ਸਤ ਸੰਤੋਖ ਗਿਆਨ, ਸੁਣੇ 8 ਸਦਕਾ ਇਸਨਾਨ, ਸੁਣੇ ਪੜ ਪੜ ਪਾਵੇ ਮਾਂ, ਸੁਣੇ ਲਾਗੇ ਸਹਿ ਧਿਆਨ, ਸੁਣੇ ਜੋਗ ਜੁਗ ਤਨ ਭੇਦ, ਸੁਣੇ ਸਾਧ ਸਿਮਰਤ ਵੇਦ। ਕਿੰਨੀ ਵਡਿਆਈ ਸਤਿਗੁਰੂ ਜੀ ਨੇ ਸੁਣਨ ਵਾਲੇ ਦੀ ਕੀਤੀ। ਸੁਣਿਆ ਦੁੱਖ ਪਾਪ ਕਾ ਨਾਸ, ਸੁਣਨ ਦੇ ਨਾਲ ਦੁੱਖਾਂ ਦਾ, ਪਾਪਾਂ ਦਾ ਨਾਸ ਹੋ ਜਾਂਦਾ ਜੇ ਸੁਣੀਏ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜੇ ਧਰਤੀ ਤੇ ਆਪਾਂ ਆਏ ਹਾਂ, ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ, ਜੋ ਸੁਣੋ ਤਉ ਜਾਏ ਸੰਤਾ। ਦੇਖ ਰੱਬ ਦੇ ਪਿਆਰੇ ਤੈਨੂੰ ਉਪਦੇਸ਼ ਕਰ ਰਹੇ ਨੇ, ਸਮਝਾ ਰਹੇ ਨੇ, ਬਚਨ ਕਹਿ ਰਹੇ ਨੇ, ਪਰ ਜੇ ਕਿਤੇ ਤੂੰ ਉਹਨਾਂ ਨੂੰ ਸੁਣ ਲੈ ਤਾਂ ਤੇਰੀ ਜ਼ਿੰਦਗੀ ਦੇ ਸੰਤਾਪ, ਕਲ ਕਲੇਸ਼ ਮਿਟ ਜਾਣਗੇ। ਪਰ ਜੇ ਨਹੀਂ ਸੁਣੇਗਾ, ਕੇਵਲ ਧਨ ਦੌਲਤ ਦੀ ਖਾਤਰ ਤੂੰ ਤਕਰਾਰ ਹੀ ਕਰੀ ਜਾਏਗਾ। ਇਹ ਧਨ ਦੌਲਤ ਕਦੀ ਕਿਸੇ ਦੇ ਨਾਲ ਨਹੀਂ ਨਿਭਿਆ, ਨਾ ਇਹਨੇ ਕਦੀ ਕਿਸੇ ਦਾ ਸਾਥ ਦਿੱਤਾ ਹੈ। ਸਗੋਂ ਬੰਦਾ ਜਿੰਨਾ ਜ਼ਿਆਦਾ ਇਕੱਤਰ ਕਰਦਾ ਹੈ ਕਰੀ ਜਾਂਦਾ ਹੈ। ਦੇਖੋ ਕਿਰਤ ਕਰਨਾ, ਪੈਸਾ ਕਮਾਉਣਾ ਹਰ ਮਨੁੱਖ ਦਾ ਅਧਿਕਾਰ ਹੈ,
हर मनुख दा हक है, ये कोई पाप नहीं है। पर नजायज तरीके नाल धन दौलत इकट्ठा करी जाना, सतगुरु साहिब जी कहते साथ तो जाता नहीं है। किसी ने बहुता जोड़ लिया, किसी ने थोड़ा जोड़ लिया, छड़ तो सारे नहीं जाने, चलो अपनी लोड़ अनुसार तो होना चाहिए। सतगुरु जी कहने फिर की होएगा, ये धन दौलत जो नाल ना गया, एक तो यह जहर वांगू तेरे ते असर कर गया, तेरे आत्मक जीवन को खत्म कर गया। पर जदों गया ये नाल ना गया ते फिर लागे पछताओ, फिर तू पछताउंदा इस धरती तो चलिया जाएगा। जे जिंदगी अंदर इस पछतावे तो बचना चाहुंदा है, दुखा कलेसां तो बचना चाहुंदा है, ते फिर जिहड़ा परमात्मा तेरे संग साथ है उन्होंने चेते कर। रब दे प्यारिਆਂ ने जो उपदेश दिता है उन्होंने ध्यान दे नाल सुन। रब्बी प्यारिਆਂ दा एक एक वचन सानू परमात्मा दे प्यार विच जोड़दा है। गुरु रामदास जी महाराज ने यह पवित्र वचन भावें अपने पुत्र नूं संबोधन करके उच्चारण कीते ने कि काहे पूत झगड़त हो संग भाप, जिनके जने बड़ीरे तुम हो तिन स्यों झगड़त पाप। पर यह गुरु के वचन साडे समुचे समाज लई ने, सारे पुत्रां लई ने। उन्हां पुत्रां दे लई जिहड़े सिर्फ दुनियावी धन दौलत की खातर अपने मां प्यो दे नाल झगड़दे ने, जिहड़े सिर्फ धन दौलत की खातर अपने मां बाप नूं घरों कढ दिंदे ने। आपां देखदे समाज दा ओ रूप जदों देखांगे दिल हिल जांदा है कि बिरध किन्ने चाह दे नाल मां प्यो अपने बच्चिਆਂ ਨੂੰ पालदे ने, पर बच्चे विआहे गए, परिवारां वाले होए ते मां प्यो दे नाल लड़ना झगड़ना शुरू कर दिता, मां प्यो ਨੂੰ घरों बाहर कढ दिंदे ने। इस करके सतगुरु जी ने दरअसल ये समाज के उस रूप नूं प्रगट किया जो समाज विच वरत रहा है। गुरबाणी सानू केवल तां केवल अध्यात्मक पक्ष तो ही उच्चिया नहीं उठाउंदी, गुरबाणी सानू समाज उसारी की बहुत वड्डी प्रेरणा करदी कि साडा समाज किहो जिहा होना चाहिए, घर दे विच जीआं दा प्यार होना चाहिए। हर मनुख जिहड़ा वो अपनी जिम्मेवारी समझे, मां प्यो की की जिम्मेवारी है, बच्चों की की जिम्मेवारी दी है, इस तरह पति पत्नी की की जिम्मेवारी है। इवें कह लो कि रिस्पोंसिबल होना, जिम्मेवार होना, यही मनुख की जिंदगी का आदर्श है। ते गुरु साहिब जी ने हर रिश्ते की गल करके देखो, पति पत्नी के रिश्ते की गल की है कि धन भरे ना आखिए जे बहन इकट्ठे होए, एक जो दे मूर्ति धन भर कहिए सोए। इस तरह बच्चों के प्रथाए, मां प्यो के फर्ज भी दसे ने कि मां प्यो की की ड्यूटी है, मां प्यो ने किवें बच्चों को पालना है। काश ये बाणी जो असीं पढ़ते हैं गुरु ग्रंथ साहिब जी की, जे किते इसनूं आपां पढ़ के विचार के अपनी समाजिक जिंदगी अंदर लागू कर लीए, साडा समाज बहुत वधिया बन सकता है। और इस समाज नूं मनुख नहीं बनाउणा, इस समाज नूं किसी गौरमेंट ने नहीं बनाउणा, माफ करना, गौरमेंट के कानून की बनाउणगे किसी नूं, ये साडी अपनी जिम्मेवारी है। मैं फिर बेनती करांगा, हुण भी जो आपां देखदे हां महामारी पसरी है, बहुत वड्डी है, ये ठीक है, वाहिगुरू जी ने कृपा की, सानू तंदुरुस्ती दी, साडे घरां च तंदुरुस्ती है। पर जदों तुसीं समुचा वातावरण देखोगे बड़ा डराउण है। और यह भी गल सच है कि साडी गौरमेंट पूरियां खबरां भी साडे तक नहीं पहुंचा रही। बाहर जिहड़े बैठे जो कुछ देखदे ने कंब उठदे ने इत्थों दे नज़ारे नूं देख के। इस करके आओ आपां सारे जिम्मेवार बणीए, अपने समाज नूं असीं आप बचाउणा है। जिथे आप अपने घर च रह के अपने परिवार को सुरक्षित रखना है, जे बाहर निकलते हैं तो बड़ी सावधानी ना निकलिए, क्योंकि समा है कुछ ये हवा है, जिन्ना बचिया जाएगा उन्हें आप जिंदगी च आनंदित रहांगे। केवल आप ही नहीं, होर भी जिथे को लोड़वंद मिलता है, जिन्हें को असीं किसी दुखी की मदद कर सकते हैं, करिए। ये मौका है अपने समाज को बचाउण दा, और ये समाज को असीं ही रल के बचाउणा है, समाज नूं मनुख ने बचाउणा है। ये साडी ड्यूटी है कि आप अपने समाज नूं बचाउण वाले बन्ने लिखीए। इन्हियां बेनतियां प्रवान करनियां जी, भुल्लां चुकन दी खिमा। सतगुरु सारियां दे घरां सुख शांति ते चढ़दी कला दी दात बख्शण, नाम बाणी दा प्यार बख्शिश करन जियो, दरो करो गुरबाणी ते संगत दी प्रीत बख्शण। प्यार से सारे ही बुलाओ। वाहिगुरू जी का खालसा, वाहिगुरू जी की